ਨਿਊਜ਼ ਓਨਲੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਤਵਿੰਦਰ ਰੰਧਾਵਾ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਸ਼ਰਾਬ ਮਾਫੀਆ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਹੰਗਾਮੇ ਵਿੱਚ ਨਿਤਰੇ ਕਈ ਸੀਨੀਅਰ ਨੇਤਾ। ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੀ ਦਰਬਾਰ ਸਾਹਿਬ ਲਈ ਰਵਾਨਾ ਕੀਤੀ ਗਈ ਕਣਕ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ। ਬਰਨਾਲਾ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ 8 ਕਿਲੋ 290 ਗ੍ਰਾਮ ਹੈਰੋਇਨ ਤੇ 15 ਪਾਕਿਸਤਾਨੀ ਜ਼ਿੰਦਾ ਕਾਰਤੂਸ ਕੀਤੇ ਬਰਾਮਦ। ਮਜ਼ਦੂਰਾਂ ਦੀ ਟ੍ਰੇਡ ਯੂਨੀਅਨਾਂ ਨੇ ਦੇਸ਼ ਵਿਆਪੀ ਧਰਨੇ ਦਾ ਕੀਤਾ ਐਲਾਨ। ਆਪਣੀਆਂ ਮੰਗਾਂ ਨੂੰ ਲੈ ਕੇ ਬਰਨਾਲਾ ਦੇ ਜ਼ਿਲ੍ਹਾ ਦਫ਼ਤਰ ਬਾਹਰ ਦਿੱਤਾ ਧਰਨਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਵਿੱਚ ਨਕਲੀ ਸ਼ਰਾਬ ਵੇਚਣ ਦਾ ਮੁੱਦਾ ਹੁਣ ਭਖਦਾ ਹੀ ਜਾ ਰਿਹਾ ਹੈ। ਵਿਰੋਧੀ ਪਾਰਟੀਆਂ ਨੇ ਸਰਕਾਰ ਤੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿੱਤਾ ਹੈ। ਵਿਰੋਧੀ ਧਿਰਾਂ ਦੀ ਇਸ ਤੇ ਕੀ ਪ੍ਰਤੀਕਿਰਿਆ ਹੈ, ਆਓ ਵੇਖਦੇ ਹਾਂ ਖਾਸ ਰਿਪੋਰਟ। ਪੰਜਾਬ 'ਚ ਕੋਵਿਡ-19 ਦੌਰਾਨ ਠੇਕੇਦਾਰ ਹੁਣ ਸ਼ਰਾਬ ਦੇ ਠੇਕੇ ਛੱਡਣ ਲੱਗੇ ਨੇ, ਜਿਸ ਤੋਂ ਨਵੇਂ ਆਬਕਾਰੀ ਘਾਟੇ ਦਾ ਮੁੱਢ ਵੱਜਣ ਲੱਗਿਆ ਹੈ। ਪੰਜਾਬ ਸਰਕਾਰ ਤੇ ਦਬਾਅ ਬਣਾਉਣ ਦਾ ਠੇਕੇਦਾਰਾਂ ਦਾ ਇਹ ਪੈਂਤੜਾ ਵੀ ਹੋ ਸਕਦਾ ਹੈ। ਉਧਰ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਜੇਕਰ ਪਾਰਟੀ 'ਚ ਹਿੰਮਤ ਹੈ ਤਾਂ ਉਹ ਸ਼ਰਾਬਬੰਦੀ ਦਾ ਮਤਾ ਵਿਧਾਨ ਸਭਾ 'ਚ ਲੈ ਕੇ ਆਵੇ। ਤੇ ਉਧਰ ਸ਼੍ਰੋਮਣੀ ਅਕਾਲੀ ਦਲ ਵੀ ਕਿਸੇ ਨਾਲੋਂ ਘੱਟ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਤੇ ਵਰਦੇ ਹੋਏ ਸੁਨੀਲ ਜਾਖੜ ਦੇ ਬਿਆਨਾਂ ਤੇ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ ਕਾਂਗਰਸ ਦੀ ਸਾਰੀ ਲੀਡਰਸ਼ਿਪ, ਸਾਰੇ ਐਮਐਲਏ ਸ਼ਰਾਬ ਮਾਫੀਆ ਦੇ ਨਾਲ ਲਿਪਤ ਨੇ। ਕਾਂਗਰਸ ਆਪ ਲੱਗੀ ਹੈ। ਕਾਂਗਰਸ ਦੇ ਐਮਐਲਏ, ਕਾਂਗਰਸ ਦੇ ਲੀਡਰ, ਕਾਂਗਰਸ ਦੇ ਮੰਤਰੀ ਸਾਰੇ ਹੀ ਸ਼ਰਾਬ ਮਾਫੀਆ ਹੈ। ਹੁਣ ਜੇ ਆਪ ਹੀ ਲੁੱਟਣ ਲੱਗੇ ਤੇ ਮਤੇ ਦਾ ਕੀ? ਜਾਖੜ ਸਾਹਿਬ ਨੂੰ ਪਤਾ ਕਿ ਤੁਹਾਡੀ ਪਾਰਟੀ ਸਾਰੀ ਬੱਚਾ ਕਰੀ ਜਾਂਦਾ। ਉਧਰ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕਾਂ ਦੀ ਨਹੀਂ, ਮਾਫੀਆ ਦੀ ਚਿੰਤਾ ਹੈ। ਕੈਪਟਨ ਸਰਕਾਰ ਮਾਫੀਆ ਨਾਲ ਰਲ ਕੇ ਆਪਣੀਆਂ ਜੇਬਾਂ ਭਰ ਰਹੀ ਹੈ। ਸਰਕਾਰ ਨੂੰ ਲੋਕਾਂ ਦੀਆਂ ਮੁਸ਼ਕਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕੋਰੋਨਾ ਸੰਕਟ 'ਚ ਘਿਰੇ ਪੰਜਾਬ ਵਾਸੀਆਂ ਲਈ ਕੋਈ ਰਾਹਤ ਪੈਕੇਜ ਐਲਾਨਣ ਦੀ ਬਜਾਏ ਕੈਪਟਨ ਅਮਰਿੰਦਰ ਸਿੰਘ ਹਰ ਤਰ੍ਹਾਂ ਦੇ ਮਾਫੀਆ ਦੇ ਮੁਨਾਫੇ ਬਾਰੇ ਚਿੰਤਤ ਨੇ। ਮੈਂ ਸਮਝਦਾ ਜਿਹੜਾ ਮਾਫੀਆ ਰਾਜ ਚੱਲ ਰਿਹਾ ਪੰਜਾਬ ਦੇ ਵਿੱਚ, ਜਿਹੜਾ ਚਾਹੇ ਸ਼ਰਾਬ ਮਾਫੀਆ, ਚਾਹੇ ਮਾਈਨਿੰਗ ਮਾਫੀਆ, ਚਾਹੇ ਲੈਂਡ ਮਾਫੀਆ, ਚਾਹੇ ਸੈਂਡ ਮਾਫੀਆ, ਇਹ ਸਾਰੇ ਮਾਫੀਏ, ਹੋਰ ਬਹੁਤ ਸਾਰੇ ਮਾਫੀਏ ਪੰਜਾਬ 'ਚ ਕੰਮ ਕਰ ਰਹੇ ਨੇਗੇ। ਇਹ ਸਾਰੇ ਮਾਫੀਏ ਪੰਜਾਬ 'ਚੋਂ ਖਤਮ ਕਰ ਦਿਓ, ਮੈਂ ਸਮਝਦਾ ਪੰਜਾਬ ਦਾ ਰੈਵਨਿਊ ਆਪਣੇ ਆਪ ਵੱਧ ਜੂਗਾ। ਸੋ ਮੈਨੂੰ ਇਹ ਲੱਗਦਾ ਕਿ ਸਰਕਾਰ ਦੀ ਨੀਅਤ ਨਹੀਂ ਹੈਗੀ, ਕਿਉਂਕਿ ਸਰਕਾਰ ਨੂੰ ਜਿਹੜਾ ਹੈਗਾ ਮਾਫੀਆ ਰਾਜ ਚਲਾ ਰਿਹਾ ਹੈਗਾ, ਔਰ ਪੰਜਾਬ ਨੂੰ ਇਹਨੇ ਜੰਗਲ ਬਣਾ ਰੱਖਿਆ ਔਰ ਪੰਜਾਬ ਨੂੰ ਲੁੱਟ ਰਿਹਾ। ਉਧਰ ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਗ ਨੇ ਵੀ ਇਸ ਮੁੱਦੇ ਤੇ ਸਰਕਾਰ ਤੇ ਤੰਜ ਕੱਸਦਿਆਂ ਕਿਹਾ ਹੈ ਕਿ ਸ਼ਰਾਬ ਦੀਆਂ ਵੱਡੀਆਂ ਮਛਲੀਆਂ ਨੂੰ ਫੜਨਾ ਪਵੇਗਾ। ਤਰੁਣ ਚੁੱਗ ਨੇ ਕਿਹਾ ਹੈ ਕਿ ਸ਼ਰਾਬ ਮਾਫੀਆ ਦੇ ਵਿੱਚ ਪੰਜਾਬ ਸਰਕਾਰ ਦੀ ਹਿੱਸੇਦਾਰੀ ਹੈ। ਬਿਨਾਂ ਕਿਸੇ ਸਪੋਰਟ ਤੋਂ ਇਹ ਸ਼ਰਾਬ ਮਾਫੀਆ ਨਹੀਂ ਚੱਲ ਸਕਦਾ। ਰਾਜਪੁਰਾ ਜਾਂ ਖੰਨਾ ਦੇ ਅੰਦਰ ਅਸੀਂ ਸ਼ਰਾਬ ਦੇ ਨਕਲੀ ਵੇਚਣ ਵਾਲੇ ਛੋਟੇ ਪਿਆਦੇ ਪਕੜ ਕੇ ਪੇਸ਼ ਕੀਤੇ ਜਾ ਰਹੇ। ਅੱਜ ਕਾਂਗਰਸ ਦਾ ਇੱਕ ਛੋਟਾ ਜਿਹਾ ਲੀਡਰ ਪਕੜਿਆ। ਕਿਆ ਉਹ ਛੋਟੇ ਜਿਹੇ ਲੀਡਰ ਦੇ ਕਹਿਣ ਤੇ ਹੁੱਕਾ ਬਾਰ ਰਾਜਪੁਰੇ 'ਚ ਚੱਲ ਰਿਹਾ? ਕਿਆ ਐਡਾ ਵੱਡਾ ਨਕਲੀ ਸ਼ਰਾਬ ਦਾ ਮਾਫੀਆ ਇੱਕ ਛੋਟਾ ਜਿਹਾ ਕਾਂਗਰਸ ਦਾ ਪਿਆਦਾ ਚਲਾ ਰਿਹਾ? ਇਹਦੇ ਪਿੱਛੇ ਕੌਣ ਹੈ? ਕਿੰਗ ਪਿਨ ਕੌਣ ਹੈ? ਕਿਹੜੇ ਇਸ਼ਾਰਿਆਂ ਦੇ ਉੱਤੇ ਰਾਜਪੁਰੇ ਦੇ ਅੰਦਰ ਹੁੱਕਾ ਬਾਰ ਓਪਨ ਖੁੱਲੀਆਂ ਹੋਈਆਂ? ਕਿਹੜੇ ਇਸ਼ਾਰਿਆਂ ਦੇ ਉੱਤੇ ਨਕਲੀ ਸ਼ਰਾਬ ਦੀ ਫੈਕਟਰੀ ਚੱਲ ਰਹੀ ਹੈ? ਐਕਸਾਈਜ਼ ਚੋਰੀ ਕਰਕੇ ਫੈਕਟਰੀ ਚੱਲ ਰਹੀ ਹੈ। ਪੰਜਾਬ ਦੇ ਗਰੀਬ ਆਦਮੀ ਦਾ ਨੁਕਸਾਨ ਕਰਕੇ ਉੱਥੇ ਫੈਕਟਰੀਆਂ ਚਲੇ ਜਾ ਰਹੀਆਂ। ਉਹ ਕੌਣ ਹੈ ਜਿਹੜਾ ਅਫਸਰਾਂ ਨੂੰ ਫੋਨ ਕਰਦਾ ਕਿ ਉਹਨੂੰ ਫੜਿਆ ਨਹੀਂ ਜਾਣਾ, ਔਰ ਪਿਛਲੇ 3 ਸਾਲ ਤੋਂ ਧੰਦਾ ਚਲਾ ਰਿਹਾ? ਪੰਜਾਬ ਦੀ ਪੁਲਿਸ ਨੂੰ ਉਹ ਕਿੰਗ ਪਿਨ ਫੜ ਕੇ ਜੇਲ੍ਹਾਂ 'ਚ ਦੇਣੇ ਪੈਣਗੇ। ਛੋਟੇ ਪਿਆਦੇ ਨਾ ਫੜੋ, ਸ਼ਤਰੰਜ ਖੇਲਣ ਵਾਲੇ ਖਿਲਾੜੀਆਂ ਨੂੰ ਪਕੜਨਾ ਪਏਗਾ ਤਾਂ ਕਿ ਇਹ ਬਿਮਾਰੀ ਜੜ ਤੋਂ ਖਤਮ ਹੋ ਸਕੇ। ਪੰਜਾਬ ਦਾ ਨੁਕਸਾਨ ਹੋਣਾ, ਪੰਜਾਬ ਦੇ ਬੱਚਿਆਂ ਦੇ ਭਵਿੱਖ ਦਾ ਨੁਕਸਾਨ ਹੋਣਾ ਜੜ ਤੋਂ ਖਤਮ ਹੋ ਸਕੇ। ਹੁਣ ਇਸ ਪੱਖ ਦੀ ਸਿਆਸਤ ਦੇਖਣਾ ਹੋਵੇਗਾ ਕਿ ਕੈਪਟਨ ਸਰਕਾਰ ਪੰਜਾਬ ਵਿੱਚ ਸ਼ਰਾਬ ਮਾਫੀਆ ਨੂੰ ਰੋਕਣ ਲਈ ਕੀ ਠੋਸ ਕਦਮ ਚੁੱਕਦੇ ਨੇ। ਬਿਊਰੋ ਰਿਪੋਰਟ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਆਪਣੇ ਪਾਰਲੀਮੈਂਟ ਹਲਕੇ ਵਿੱਚ ਟਰੱਕਾਂ ਰਾਹੀਂ ਕਣਕ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਰਵਾਨਾ ਕੀਤੀ ਗਈ। ਇਸ ਦੇ ਤਹਿਤ ਉਹਨਾਂ ਵੱਲੋਂ ਜਲਾਲਾਬਾਦ ਦੀ ਦਾਣਾ ਮੰਡੀ ਦੇ ਵਿੱਚ ਵੀ 2 ਟਰੱਕਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਜਿਸ ਦੇ ਵਿੱਚ 1000 ਬੈਗ ਕਣਕ ਸ਼੍ਰੀ ਦਰਬਾਰ ਸਾਹਿਬ ਲਈ ਭੇਜੇ ਗਏ। ਹਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਾਰੀ ਲੀਡਰਸ਼ਿਪ ਵਰਕਰ ਸਾਹਿਬਾਨ ਨੇ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਸੇਵਾ ਵਾਸਤੇ ਕਣਕ ਦੀ ਜਿਹੜਾ ਸੇਵਾ ਸੰਭਾਲੀ ਜ਼ਿੰਮੇਵਾਰੀ ਲਿੱਤੀ ਸੀ। ਅੱਜ ਤਕਰੀਬਨ ਹਰ ਹਲਕੇ ਤੋਂ 600-700 ਕੁਇੰਟਲ ਕਣਕ ਇੱਕ ਹਲਕੇ ਤੋਂ ਉਹਨਾਂ ਨੇ ਸੇਵਾ ਦੇ ਲੋਕ ਸੰਗਤ ਨੇ ਦਿੱਤੀ ਹੈ ਤੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ। ਅੱਜ ਤਕਰੀਬਨ 5000 ਕੁਇੰਟਲ ਕਣਕ ਫਿਰੋਜ਼ਪੁਰ ਪਾਰਲੀਮੈਂਟ ਹਲਕੇ ਤੋਂ ਹਰ ਹਲਕੇ ਤੋਂ ਜਾਊਗੀ दरबार साहब सेवा वास्ते। सर जब जाखड़ साहब ने का स्टेटमेंट दी शराब माफिया थे, क्या विधानसभा च मता लियाओगे पर शराब पंजाब च प्रतिबंध हो जाए, बिल्कुल बंदी हो जाए? देखो कांग्रेस आप लगी है, कांग्रेस के MLA, कांग्रेस के लीडर, कांग्रेस के मंत्री सारे ही शराब माफिया है। हुण जे आप ही लुट्टन लगे तो मते का की जाखड़ साहब नूं पता कि तुहाडी पार्टी सारी बच्चा करी जांदा। थैंक यू जी। ਅੰਮ੍ਰਿਤਸਰ ਪੁਲਿਸ ਨੇ ਚੋਰੀ ਦੇ 4 ਟਰੈਕਟਰਾਂ ਨਾਲ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਚੋਰਾਂ ਦੀ ਨਜ਼ਰ ਟਰੈਕਟਰ ਉੱਤੇ ਹੀ ਹੁੰਦੀ ਸੀ। ਫੜੇ ਗਏ ਚੋਰਾਂ ਨੇ ਜਾਂਚ ਵਿੱਚ ਦੱਸਿਆ ਹੈ ਕਿ ਇੱਕ ਟਰੈਕਟਰ ਉਹਨਾਂ ਵੱਲੋਂ ਗੁਰਦਾਸਪੁਰ ਤੋਂ ਚੋਰੀ ਕੀਤਾ ਗਿਆ। ਪੁਲਿਸ ਦੇ ਉੱਚ ਅਧਿਕਾਰੀਆਂ ਦੇ ਮੁਤਾਬਕ 4 ਤਰੀਕ ਨੂੰ ਇੱਕ ਟਰੈਕਟਰ ਚੋਰੀ ਹੋਇਆ ਸੀ। ਜਦੋਂ ਉਹਨਾਂ ਨੇ ਆਰੋਪੀ ਨੂੰ ਫੜਿਆ ਤਾਂ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਕੁੱਲ 4 ਟਰੈਕਟਰ ਬਰਾਮਦ ਕੀਤੇ ਗਏ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 4-5 ਦੀ ਮਿਡਨਾਈਟ ਨੂੰ ਇਹ ਵੱਲਾ ਏਰੀਏ ਦੇ ਵਿੱਚ ਇੱਕ ਰੀਪਰ ਔਰ ਇੱਕ ਟਰੈਕਟਰ ਚੋਰੀ ਹੋਇਆ ਸੀਗਾ। ਰਜਿੰਦਰ ਸਿੰਘ ਸਾਨੂੰ ਪੂਰਨ ਸਿੰਘ ਉਹਨਾਂ ਦਾ। ਉਹਨਾਂ ਨੇ ਫਿਰ ਕੰਪਲੇਂਟ ਲੌਂਚ ਕਰਾਈ ਸੀਗੀ, ਉਹਦੇ ਬੇਸ 'ਤੇ ਅਸੀਂ FIR ਲੌਂਚ ਕੀਤੀ ਤੇ FIR ਵਿੱਚ ਅਸੀਂ ਜਿਹੜਾ ਚੋਰੀ ਦਾ ਮੁਕੱਦਮਾ ਦਰਜ ਕੀਤਾ। ਫਿਰ ਉਸ ਤੋਂ ਬਾਅਦ ਫਰਦਰ ਇਨਵੈਸਟੀਗੇਸ਼ਨ ਕੀਤੀ। ਇਹਦੇ ਵਿੱਚ ਇੰਸਪੈਕਟਰ ਜਿਹੜੇ ਮੁਖਤਿਆਰ ਸਿੰਘ ਹੈ SHO ਵੱਲਾ, ਇਹ ਗੋਟ ਇਨਫੋਰਮੇਸ਼ਨ ਕਿ ਮੈਨੂੰ ਜਿਹੜਾ ਇਸ ਚੋਰੀ ਦੇ ਕੇਸ 'ਚ ਜਿਹੜਾ ਬੰਦਾ ਵਾਂਟਡ ਹੈ ਉਹ ਫਲਾਣੀ ਜਗ੍ਹਾ ਹੈਗਾ। ਇਹਨਾਂ ਨੇ ਉਹਨੂੰ ਟੀਮਾਂ ਬਣਾ ਕੇ ਤੇ ਉਹਨੂੰ ਅਰੈਸਟ ਕੀਤਾ। ਅਰੈਸਟ ਕਰਕੇ ਉਹਦੇ ਕੋਲ ਇੱਕ ਰੀਪਰ ਔਰ ਪਲੱਸ ਇੱਕ ਜਿਹੜਾ ਟਰੈਕਟਰ ਰਿਕਵਰ ਕੀਤਾ। ਉਹ ਜਿਹੜਾ ਟਰੈਕਟਰ ਰਿਕਵਰ ਕੀਤਾ ਸੀਗਾ ਉਹ ਆਲਰੇਡੀ ਮੁਕੇਰੀਆਂ ਦੇ ਏਰੀਏ 'ਚ ਚੋਰੀ ਕੀਤਾ ਸੀ ਇਹਨਾਂ ਨੇ। ਉਸ ਤੋਂ ਬਾਅਦ ਫਰਦਰ ਇਨਵੈਸਟੀਗੇਸ਼ਨ ਕੀਤੀ, ਪੁੱਛਗਿੱਛ ਕੀਤੀ, ਇੰਟਰੋਗੇਸ਼ਨ ਕੀਤੀ। ਉਸ ਤੋਂ ਬਾਅਦ ਇੰਟਰੋਗੇਸ਼ਨ ਸਾਨੂੰ ਇਹ ਰਿਵੀਲ ਕੀਤਾ ਇਹਨਾਂ ਨੇ, ਇਸ ਬੰਦੇ ਨੇ, ਕਿ ਮੈਂ 2 ਟਰੈਕਟਰ ਜਿਹੜੇ ਰਜਿੰਦਰ ਸਿੰਘ ਸਾਨੂੰ ਆਪਣੇ ਲੋਪੋ ਕਿਹਦਾ ਹੈਗਾ ਬੰਦਾ, ਉਹਨੂੰ ਮੈਂ ਵੇਚੀਏ ਸਸਤੇ ਭਾਅ। ਦੈਨ ਇਹਨਾਂ ਨੇ ਫਿਰ ਸਾਰੀ ਟੀਮਾਂ ਨੇ ਰਜਿੰਦਰ ਸਿੰਘ ਨੂੰ ਅਰੈਸਟ ਕੀਤਾ, ਪਲੱਸ 2 ਟਰੈਕਟਰ ਉਹਦੇ ਕੋਲ ਰਿਕਵਰ ਕੀਤੇ। ਇੱਕ ਟਰੈਕਟਰ ਜਿਹੜਾ ਅਸੀਂ ਜਗਜੀਤ ਸਿੰਘ ਹੈਗਾ ਕੋਈ ਉਹਦੇ ਕੋਲੋਂ ਰਿਕਵਰ ਕੀਤਾ, ਪਰ ਉਹ ਇਸ ਵੇਲੇ ਅਬਸਕੌਂਡਿੰਗ ਹੈ। ਰਾਈਟ ਨਾਓ ਸਾਡੇ ਕੋਲ 2 ਅਕਿਊਜ਼ਡ ਜਿਹੜੇ ਆ ਸਾਡੀ ਕਸਟਡੀ 'ਚ ਆ, ਇੱਕ ਬਲਜਿੰਦਰ ਸਿੰਘ ਔਰ ਦੂਸਰਾ ਰਜਿੰਦਰ ਸਿੰਘ ਲੋਪੋਗੇ ਦਾ। ਤੀਸਰਾ ਜਿਹੜਾ ਅਬਸਕੌਂਡਿੰਗ ਹੈ ਉਹਨੂੰ ਅਸੀਂ ਫੜਾਂਗੇ ਔਰ ਪਲੱਸ ਉਹਦੇ ਕੋਲ ਜਿਹੜਾ ਟਰੈਕਟਰ ਆ ਉਹ ਵੀ ਇੱਕ ਰਿਕਵਰ ਕਰਾਂਗੇ। ਸਰ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ? ਸਰ ਹਾਂਜੀ, ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ? ਕਿਹੜੀ ਧਾਰਾ 'ਚ ਮਾਮਲਾ? ਅਗਲੀ ਕਾਰਵਾਈ ਦੇਖੋ ਜੀ, ਹੁਣ ਰਿਮਾਂਡ ਲੈ ਕੇ ਉਸ ਤੋਂ ਬਾਅਦ ਦੇਖੋ ਫਰਦਰ ਪੁੱਛਗਿੱਛ ਕਰਾਂਗੇ ਇਹਨਾਂ ਨੂੰ ਔਰ ਉਹਦੇ ਵਿੱਚ ਸਾਨੂੰ ਉਮੀਦ ਹੈ ਕਿ ਹੋਰ ਵੀ ਰਿਕਵਰੀ ਹੋ ਸਕਦੀ ਹੈ। ਪਿਛਲੇ ਦਿਨੀ ਨਾਗਾਲੈਂਡ ਦੀ 9 ਲੜਕੀਆਂ ਨੂੰ ਇੱਕ ਘਰ ਵਿੱਚ ਬੰਦਕ ਬਣਾਈ ਰੱਖਿਆ ਗਿਆ ਸੀ। ਲੜਕੀਆਂ ਨੂੰ ਆਜ਼ਾਦ ਕਰਾਉਣ ਦੇ ਬਾਅਦ ਅੱਜ ਫਿਰ ਤੋਂ ਧਾਰਮਿਕ ਵਿਸ਼ਟਾ 2 ਲੜਕੀਆਂ ਦੇ ਕੋਲ ਪਹੁੰਚੇ। ਇਹ ਲੜਕੀਆਂ ਮੁਸ਼ਕਲ ਵਿੱਚ ਸਨ ਕਿਉਂਕਿ ਜਿਸ ਹੋਟਲ ਵਿੱਚ ਉਹ ਕੰਮ ਕਰਦੀਆਂ ਸੀ ਉਸ ਹੋਟਲ ਵੱਲੋਂ ਨਾ ਤਾਂ ਉਹਨਾਂ ਨੂੰ ਸੈਲਰੀ ਦਿੱਤੀ ਗਈ ਅਤੇ ਨਾ ਹੀ ਘਰ ਦਾ ਕਿਰਾਇਆ ਅਤੇ ਬਿਜਲੀ ਦਾ ਬਿੱਲ ਵੀ ਨਹੀਂ ਦਿੱਤਾ ਗਿਆ। ਧਾਰਮਿਕ ਵਿਸ਼ਟਾ ਦੇ ਮੁਤਾਬਕ ਉਹ ਛੇਤੀ ਇਹਨਾਂ ਦੋਨਾਂ ਲੜਕੀਆਂ ਨੂੰ ਉਹਨਾਂ ਦੇ ਘਰ ਭੇਜਣਗੇ। मेरा नाम बिशप प्रदीप कुमार सामंतरा है। मैं अमृतसर डायस का बिशप हूँ। एक्चुअली कुछ दिन पहले 9 नागा गर्ल्स उनको रेस्क्यू किया गया था, तो अभी नागालैंड में उनको पता है इसके बारे में। तो उनको एक पादरी उन्होंने फ़ोन किया रात को कि 2 लड़कियां हैं, एक नागालैंड की है, एक अरुणाचल प्रदेश की है, और जिस कंपनी उनको एम्प्लॉय किया था वो उनको सैलरी नहीं दी। मार्च की 50% दिया था, उसके बाद नहीं दिया, बाकी उनको इस घर में रखा था। तो उनको उनका रेंट नहीं दिया, इलेक्ट्रिसिटी नहीं दिया, तो बहुत परेशान है। तो आप कुछ कीजिए। तो मैं DC साहब को मैसेज किया था, बाकी पुलिस स्टेशन में भी हमारे स्टाफ गए। तो अभी जो बात क्लियर हो गई कि ये घर मालिक का कोई फर्क नहीं है, उसको नहीं मिला ना रेंट मिला ना इलेक्ट्रिसिटी बिल। ये लड़कियों ने खुद जैसे 5000 दिया है इलेक्ट्रिसिटी के लिए। तो हमने उनको आश्वासन दिया है कि हम इनको अभी शिफ्ट कर लेंगे, क्योंकि ये मेंटली हरास हो चुके हैं और वो डेस्परेट हैं जाने के लिए। तो अभी जो हमारा स्कूल है अलेक्जेंडर स्कूल क्वींस रोड पे ऑलरेडी 9 जो नागा गर्ल्स वहाँ हैं,
तो हम वहाँ इनको शिफ्ट कर देंगे। बाकी जब जाने का इंतजाम हो जाएगा ये वापस चले जाएंगे। आप इंतजाम कर देंगे? यस, बट उनको जो बाकी तनख्वाह वो मिलनी चाहिए। बाकी जो भी उनका एक्सपीरियंस सर्टिफिकेट जो कुछ कंपनी की तरफ से देना चाहिए वो भी मिलना चाहिए। मैं अरुणाचल से हूँ और मेरा नाम मुखिया टंडन है। उसके बाद मैं यहाँ पे दिसंबर पे आई थी। दिसंबर पे आके एक माया करके हम लोग का जो मैनेजर था हम लोग का कंपनी का, उसने कॉन्टेक्ट करके हम लोग यहाँ पे आया था। फिर यहाँ पे आने के बाद में 2 महीना ही हम लोग ने जॉब किया। कहाँ जॉब कर रही थी, क्या जॉब कर रही थी? हम लोग वहाँ पे होटल में जॉब किया था। उसके बाद हम लोग 2 महीने करने के बाद ही लॉकडाउन हो गया। लॉकडाउन होने के बाद तो फिर हम लोग ने कंपनी को बोला कि रहने के लिए, क्योंकि कंपनी क्या था जो लॉकडाउन होने के आगे ही पैसा पे नहीं किया बोला, क्योंकि लैंडलॉर्ड ने हम लोग को बताया था कि वही पे नहीं किया। लेकिन हम लोग ने रिक्वेस्ट किया क्योंकि हम लोग के पास भी पैसा नहीं था, सैलरी भी आधा दिया, इसलिए हम लोग ने बोला कि लैंडलॉर्ड को बोला कि हम लोग को थोड़ा सा हेल्प कीजिए ना, क्योंकि हम लोग तो पैसा पे नहीं कर पाएगा। इसलिए हम लोग ने उसको रिक्वेस्ट किया, इसलिए उसने भी हम लोग को हेल्प किया। मतलब कि ठीक है, आप लोग जब तक लॉकडाउन नहीं खोलेगा तब तक आप लोग भी इधर रहिए, ऐसा बोला। फिर इसके बाद हम लोग भी इधर रहा ना। फिर उसके बाद तो लाइट का बिल तक भी आ गया। लाइट का बिल भी नहीं। आपकी कंपनी ने आपका ना सैलरी दिया पूरा, ना रेंट दिया, ना बिजली का बिल दिया? हाँ, कुछ भी नहीं दिया वो लोग ने। लाइट का बिल भी नहीं दिया और रेंट का बिल भी नहीं दिया। सैलरी भी हम लोग को सिर्फ हाफ ही दिया, 50% काट के वो लोग ने दिया। मतलब कि हम लोग 21 डेज था लॉकडाउन होने के आगे जॉब किया था, वो पूरा नहीं दिया। उसके बाद फिर हम लोग को यहाँ प्रॉब्लम हो गया ना, इसलिए हम लोग। अब आप क्या मांग कर रहे हैं? वापस जाना चाहते हैं कि रहने हाँ, के लिए? हम लोग वापस जाना चाहता है। पहले से हम लोग बहुत मतलब ट्राई किया घर जाने के लिए। हम लोग का अपना अरुणाचल से भी बहुत मांग मतलब हेल्प मांगा, तो अरुणाचल से भी हम लोग को लिंक दिया था, तो हम लोग ने लिंक भी फिलअप किया है। फिर अरुणाचल ने बोला, अरुणाचल गवर्नमेंट ने कि आप लोग को ले जाएगा, इसलिए हम लोग वो ही रुक रहा था। फिर अभी तक तो ये आया नहीं, वो लोग उसके लिए टाइम लगेगा, तो हम लोग को रहने के लिए चाहिए। अब पैसा भी नहीं है, तो रहने के लिए भी रेंट भाड़ा भी हम लोग नहीं दे पा रहे। इसके लिए हम लोग मतलब थोड़ा सा, जब तक हम लोग यहाँ से घर नहीं जाएगा अच्छा से, तब तक हम लोग थोड़ा रहने के लिए ही मांग कर रहे हैं। एक कंपनी हैगी ਆ ਜਿਹੜਾ ਹੋਟਲ ਹੈਗਾ ਮੈਰੀਅਟ ਕੋਟਿਆਡ ਜਿਹੜਾ ਐਸਪੀ ਸਾਹਿਬ ਦੀ ਕੋਠੀ ਲੱਗੀ ਹੈਗਾ, ਔਰ ਉੱਥੇ ਇੱਕ ਕੰਪਨੀ ਹੈ ਜ਼ਿਵਾਇਆ ਨਾਮ ਦੀ। ਇਹਨਾਂ ਨੇ ਮੇਰੇ ਨਾਲ ਐਗਰੀਮੈਂਟ ਕੀਤਾ ਸੀ, ਕੋਈ ਹੈਗੇ ਆ ਮੇਗਾ ਗਰਕ ਜਿਹੜੇ ਕਿ ਕੰਪਨੀ ਦੇ ਓਨਰ ਹੈਗੇ, ਉਹਨਾਂ ਨੇ ਐਗਰੀਮੈਂਟ ਕੀਤਾ ਸੀ ਕਿ ਅਸੀਂ ਹਰ ਮੰਥ 13,000 ਰੁਪਏ ਤੁਹਾਨੂੰ ਪੇ ਕਰਾਂਗੇ ਤੇ 13,000 ਰੁਪਏ ਦੀ ਸਿਕਿਉਰਿਟੀ ਹੈਗੀ ਆ ਸਾਡੇ ਕੋਲ। ਉਹ ਇਹਨਾਂ ਨੇ ਲਾਸਟ 3 ਮੰਥ ਤੋਂ ਨਾ ਹੀ ਮੈਨੂੰ ਇਹਨਾਂ ਨੇ ਕੋਈ ਪੇ ਕੀਤਾ ਵਾ ਰੈਂਟ, ਤੇ ਨਾ ਹੀ ਇਹਨਾਂ ਨੇ ਮੈਨੂੰ ਕੋਈ ਬਿਜਲੀ ਦਾ ਬਿੱਲ ਲਾਸਟ 5 ਮੰਥ ਤੋਂ ਦੇ ਦਿਆ। ਇਹਨਾਂ ਦੇ ਕੰਪਨੀ ਦੇ ਮੈਨੇਜਰ ਨੂੰ ਫੋਨ ਕਰੀਦਾ ਵਾ, ਅੱਜ ਕਰ ਦਿੰਦੇ ਆ, ਕੱਲ ਕਰ ਦਿੰਦੇ ਆ, ਈਵਨ ਡੈਟ ਕਿ ਫਿਰ ਉਹਨਾਂ ਨੇ ਮੈਨੂੰ ਸਿੱਧਾ ਕਿਹਾ ਕਿ ਤੁਸੀਂ ਸਾਡੇ ਸਟਾਫ ਨੂੰ ਕੱਢ ਦਿਓ ਇੱਥੇ। ਸਟਾਫ ਨੂੰ ਕੱਢਣ ਤੋਂ ਜਿਹੜੇ ਇਹਨਾਂ ਨੇ ਮੈਨੂੰ ਗੱਲ ਕੀਤੀ ਸਟਾਫ ਨੂੰ ਕੱਢ ਦਿਓ, ਮੈਂ ਇਹਨਾਂ ਨੂੰ ਫਿਰ ਵੀ ਸਟਾਫ ਨੂੰ ਪੁੱਛਿਆ ਕਿ ਤੁਹਾਡੇ ਇਹਨਾਂ ਦੀ ਕੰਪਨੀ ਨੂੰ ਇਸ ਤਰ੍ਹਾਂ ਕਿਹਾ ਵਾ ਕਿ ਸਟਾਫ ਨੂੰ ਕੱਢ ਦਿਓ। ਇਹ ਕਹਿੰਦੇ ਕਿ ਜਿੰਨੀ ਦੇਰ ਸਰ ਲੋਕ ਨੂੰ ਸਾਡੀ ਹੈਲਪ ਕਰੋ। ਮੈਂ ਕਿਹਾ ਠੀਕ ਹੈ, ਜਿੰਨੀ ਤੱਕ ਲੋਕਡਾਊਨ ਤੁਸੀਂ ਮੇਰੇ ਕੋਲ ਇੱਥੇ ਫ੍ਰੀ ਰਹਿ ਸਕਦੇ ਜੇ। ਈਵਨ ਡੈਟ ਕਿ ਗਰੋਸਰੀ ਵੀ ਇਹਨਾਂ ਨੂੰ ਮੈਂ ਖੁਦ ਦਿੱਤੀ ਆ, ਰੋਟੀ ਪਾਣੀ ਸਭ ਕੁਝ ਮੈਂ ਆਪ ਦਿੰਦਾ ਮੈਂ। ਫਿਰ ਉਸ ਤੋਂ ਬਾਅਦ ਇਹ ਕਰਨ ਤੋਂ ਬਾਅਦ ਵੀ ਹੁਣ ਲੋਕਡਾਊਨ ਤੇ ਕਰਫਿਊ ਨਿਕਲ ਚੁੱਕਿਆ ਆ। ਲੋਕਡਾਊਨ ਹੋ ਗਿਆ 31 ਦਾ, 1 ਤਰੀਕ ਤੋਂ ਟ੍ਰੇਨ ਸਟਾਰਟ ਹੋ ਰਹੀਆਂ ਵਾ। ਮੈਂ ਇਹਨਾਂ ਦੀ ਟ੍ਰੇਨਸ ਬਾਰੇ ਪਤਾ ਕੀਤਾ ਖੁਦ ਕਿ ਤੁਸੀਂ ਆਪਣੇ ਘਰ ਜਾਣਾ ਚਾਹੁੰਦੀਆਂ ਜੇ? ਕਹਿੰਦੇ ਜੀ ਹਾਂ ਜਾਣਾ ਚਾਹੁੰਦੀਆਂ। ਇਹਨਾਂ ਟ੍ਰੇਨਸ ਦਾ ਪਤਾ ਕੀਤਾ, ਟ੍ਰੇਨਸ ਐਕਸ ਅੰਮ੍ਰਿਤਸਰ ਤੋਂ ਲੈ ਕੇ ਇਹਨਾਂ ਦੇ ਹੋਮ ਟਾਊਨ, ਇੱਕ ਤਾਂ ਦੀਬੂਗੜ੍ਹ ਤੇ ਇੱਕ ਤਾਂ ਦੀਮਾਪੁਰ ਆ, ਉੱਥੋਂ ਤੱਕ ਤਾਂ ਇੱਕ ਤਾਂ 1800 ਰੁਪਏ ਫੇਅਰ ਆਉਂਦਾ ਪਿਆ, ਇੱਕ ਤਾਂ 2200 ਰੁਪਏ ਫੇਅਰ ਆਉਂਦਾ ਪਿਆ, ਟੋਟਲ 4000 ਰੁਪਏ। ਮੈਂ ਇਹਨਾਂ ਨੂੰ ਕਿਹਾ ਤੁਸੀਂ 4000 ਰੁਪਇਆ ਦਿਓ, ਤੁਹਾਡੀ ਟਿਕਟ ਮੈਂ ਖੁਦ ਕਰਵਾ ਕੇ ਦਿੰਦਾ। ਈਵਨ ਐਟ ਕਿ ਗਵਰਨਮੈਂਟ ਤੋਂ ਸਭ ਕੁਝ ਰਜਿਸਟ੍ਰੇਸ਼ਨ ਨੰਬਰ ਤੁਹਾਡਾ ਪਾ ਕੇ ਤਾਂ ਹੋਏਗਾ ਕੰਮ। ਇਹ ਕਹਿੰਦੇ ਪਏ ਕਿ ਨਹੀਂ ਜੀ ਅਸੀਂ ਆਪ ਨਹੀਂ ਪੇ ਕਰਨਾ, ਸਾਡੇ ਕੋਲ ਪੈਸੇ ਨਹੀਂ ਹੈਗੇ। ਇਹਨਾਂ ਦੀ ਕੰਪਨੀਆਂ ਨੂੰ ਤੁਹਾਨੂੰ ਕੀ ਆਸ਼ਵਾਸਨ ਦਿੱਤਾ ਜਾਂਦਾ ਜਦੋਂ ਦੀ ਐਗਰੀਮੈਂਟ ਵਿੱਚ ਦੱਸਦੇ ਕਿ ਕੰਪਨੀ ਨੇ ਮੇਰੇ ਈਵਨ ਡੈਟ ਕੀ ਕੰਪਨੀ ਨੇ ਜਿਹੜਾ ਮੇਰਾ ਫੋਨ ਡਿਵਰਟਿੰਗ ਤੇ ਲਾ ਚੁੱਕੀ ਹੋਏ ਆ। ਕੰਪਨੀ ਮੇਰਾ ਫੋਨ ਕਾਲ ਵੀ ਅਟੈਂਡ ਨਹੀਂ ਕਰ ਰਹੀ, ਕਾਲ ਵੀ ਅਟੈਂਡ ਨਹੀਂ, ਮੇਰਾ ਫੋਨ ਡਿਵਰਟਿੰਗ ਤੇ ਲਾਤਾ। ਜਦੋਂ ਕਾਲ ਕਰੋ ਕਾਲ ਬਿਜ਼ੀ ਆਉਂਦਾ ਵਾ। ਉਸ ਤੋਂ ਬਾਅਦ ਇੱਕ ਇਹਨਾਂ ਦਾ ਮੈਨੇਜਰ ਹੈ ਮਯੰਕ ਸ਼ਰਮਾ, ਈਵਨ ਐਟ ਕਿ ਕੱਲ ਮੇਰੀ ਵਾਰੇ ਨਾ ਤੂੰ ਮੈਂ ਵੀ ਹੋ ਗਈ ਆ, ਉਹਨੇ ਵੀ ਮੈਨੂੰ ਮਾਂ ਭੈਣ ਦੀ ਗੱਲ ਕੱਢ ਦਿੱਤੀ ਆ। ਈਵਨ ਐਟ ਕਿ ਤੂੰ ਮੈਨੂੰ ਪੁੱਛਿਆ ਨਹੀਂ ਮੈਂ ਕਿਸ ਤਰ੍ਹਾਂ ਗੱਲ ਕਰਦਾ ਪਿਆ। ਇੱਥੋਂ ਤੱਕ ਹੈਲਪ ਕਰਨ ਦਾ ਮਕਸਦ ਕਿ ਆ ਹੈਗਾ ਜੇ। ਤੁਹਾਡਾ ਮਤਲਬ 3 ਮਹੀਨੇ ਰੈਂਟ ਹੈ ਤੇ 5 ਮਹੀਨੇ ਦਾ ਬਿਜਲੀ ਦਾ 5 ਮਹੀਨੇ ਦੇ ਬਿਜਲੀ ਦਾ ਬਿੱਲ ਆ, ਜਿਹਦੇ ਵਿੱਚੋਂ ਲੜਕੀਆਂ ਨੇ ਮੇਰੇ ਨਾਲ ਸ਼ੇਅਰਿੰਗ ਕੀਤੀ ਸੀ ਥੋੜੀ ਜੀ। ਇਹਨਾਂ ਨੇ ਮੈਨੂੰ ਇੱਕ 5000 ਰੁਪਏ ਦਿੱਤਾ ਸੀ ਕਿ ਸਰ ਤੁਸੀਂ, ਮੇਰਾ 17000 ਰੁਪਏ ਘਰ ਦਾ ਬਿਜਲੀ ਦਾ ਬਿੱਲ ਆਇਆ ਸੀ। ਇਹਨਾਂ ਨੇ ਕਿਹਾ ਕਿ ਸਰ ਤੁਹਾਡਾ 5000 ਰੁਪਏ ਅਸੀਂ ਹੈਲਪ ਕਰ ਦਿੰਦੇ ਆ, ਬਾਕੀ ਤੁਸੀਂ ਸਾਡੇ ਨਾਲ ਜਿੰਨੇ ਹੈਲਪ ਕਰ ਸਕਦੇ ਦੇਖੋ। ਮੈਂ ਇਹਨਾਂ ਨੂੰ ਕਿਹਾ ਠੀਕ ਹੈ ਜੀ, ਮੈਂ ਤੁਹਾਡੇ ਨਾਲ ਐਗਰੀ ਹਾਂ। ਥੈਂਕ ਯੂ। ਤੁਹਾਡਾ ਨਾਮ ਦੱਸੋ ਭਾਜੀ। ਮੈਂ ਸ਼ੈਫੀ ਸਾਹਮਣੇ ਕਿ ਸਰ 2 ਲੜਕੀਆਂ ਉੱਥੋਂ ਦੀ ਆਪਣੀ ਨਾਗਾਲੈਂਡ ਤੇ ਅਰੁਣਾਚਲ ਇਹਨਾਂ ਨੂੰ ਕੰਪਨੀ ਨੇ ਪੈਸੇ ਨਹੀਂ ਦਿੱਤੇ, ਤਨਖਾਹ ਨਹੀਂ ਦਿੱਤੀ, ਉਹਦੇ ਕਰਕੇ
ਆਏ ਆ ਜਾਂਚ ਕਰ ਰਹੇ ਆ ਜਾਂਚ ਕਰਨ ਤੋਂ ਬਾਅਦ ਬਰਨਾਲਾ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ 8 ਕਿਲੋ 290 ਗ੍ਰਾਮ ਹੈਰੋਇਨ ਅਤੇ 15 ਪਾਕਿਸਤਾਨੀ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਬਰਾਮਦ ਹੈਰੋਇਨ ਦੀ ਕੀਮਤ 40 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਨੇ ਹੈਰੋਇਨ ਅਤੇ ਜ਼ਿੰਦਾ ਕਾਰਤੂਸ ਬਾਰਡਰ ਏਰੀਆ ਤੋਂ ਬਰਾਮਦ ਕੀਤੇ ਹਨ। ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਦੀ ਨਿਯੁਕਤੀ ਦੇ ਬਾਅਦ ਬਰਨਾਲਾ ਪੁਲਿਸ ਨੂੰ ਦੂਜੀ ਵੱਡੀ ਸਫਲਤਾ ਹਾਸਲ ਹੋਈ ਹੈ। ਪਹਿਲਾਂ ਵੀ ਬਰਨਾਲਾ ਪੁਲਿਸ ਵੱਲੋਂ 40 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਅੱਜ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਪ੍ਰੈਸ ਕਾਨਫਰੰਸ ਦੇ ਦੌਰਾਨ ਕਿ ਅਸੀਂ ਅੱਜ ਜਿਹੜੀ ਟੋਟਲ ਸਾਡੀ ਜੋ ਸਸਪੈਕਟਡ ਟੂ ਬੀ ਹੈਰੋਇਨ ਹੈਗੀ ਹੈ, ਅਸੀਂ ਇਹ ਬਾੜੇਕੇ ਦੇ ਚੌਂਕੀ ਦੇ ਵਿੱਚੋਂ ਦੇ ਏਰੀਏ ਦੇ ਵਿੱਚੋਂ ਇਹ ਫੜੀ ਹੈਗੀ ਹੈ। 8 ਕਿਲੋ ਤੇ 290 ਗ੍ਰਾਮ ਹੈ ਸਮੇਤ ਕੈਨੀ ਅਤੇ ਜਿਹੜੀ ਬੋਤਲ ਜਿਹਦੇ ਵਿੱਚ ਇਹ ਸੀਗੀ, ਤੇ ਨਾਲ ਇਹਦੇ 15 ਜਿੰਦਾ ਕਾਰਤੂਸ ਵੀ ਸਨ। ਤੇ ਇਹ ਅਕਰੋਸ ਦੀ ਬਾਰਡਰ ਸਾਨੂੰ ਇੱਕ ਟਿਪ ਆਫ ਸੀਗੀ, ਜਿਹਦੇ ਵਿੱਚ ਪਹਿਲੀ ਕੰਸਾਈਨਮੈਂਟ ਆ ਕੇ ਉਹਦੇ ਵਿੱਚੋਂ ਕੁਝ ਹੈਰੋਇਨ ਇੱਥੇ ਵਿਕੀ ਸੀ, ਜਿਸ ਦੇ ਵਿੱਚ ਅਸੀਂ 13/5 ਨੂੰ ਇੱਕ ਪਰਚਾ ਦਰਜ ਕੀਤਾ ਸੀਗਾ ਇੱਕ ਲੇਡੀ ਦੇ ਉੱਤੇ, ਜਿਸ ਤੋਂ ਅਸੀਂ 55 ਗ੍ਰਾਮ ਹੈਰੋਇਨ ਪ੍ਰਾਪਤ ਕੀਤੀ ਸੀ। ਐਂਡ ਵੀ ਹੈਡ ਅ ਸਪੈਸੀਫਿਕ ਇਨਫੋਰਮੇਸ਼ਨ ਦੈਟ ਸੈਕੰਡ ਇੰਸਟਾਲਮੈਂਟ ਆਫ ਦੈਟ ਬਿਗ ਕੰਸਾਈਨਮੈਂਟ ਜਿਹੜੀ ਹੈਗੀ ਆ ਉਹ 22 ਤਰੀਕ ਨੂੰ ਅੱਜ ਹੈਗੀ ਹੈ। ਤਾਂ ਫਿਰ ਉਸ ਐਕਟਿੰਗ ਉਹਨਾਂ ਟਿਪ ਆਫ ਅਸੀਂ ਪਾਰਟੀ ਸਾਡੀ ਜਿਹੜੀ ਅੱਜ ਗਈ ਸੀਗੀ, ਤੇ ਅਸੀਂ ਉੱਥੋਂ ਇਹ ਜਿਹੜੀ 8 ਕਿਲੋ ਤੇ 290 ਗ੍ਰਾਮ ਹੈਰੋਇਨ ਜਿਹੜੀ ਜਾਪਦੀ ਹੈਗੀ ਆ ਉਹ ਅਸੀਂ ਰਿਕਵਰ ਕੀਤੀ ਹੈ। ਜਿਹੜੇ ਕਿ ਏਰੀਆ ਜਿਸ ਤਰ੍ਹਾਂ ਮੈਂ ਦੱਸਿਆ ਇਹ ਬਾਰਡਰ ਤੇ ਜਿਹੜੀ BOP ਹੈਗੀ ਹੈ, ਬਾਰਡਰ ਆਊਟ ਪੋਸਟ BSF ਦੀ ਬਾੜੇਕੇ ਉਹਨੂੰ ਕਹਿੰਦੇ ਆ, ਬਾੜੇਕੇ BOP ਉਸ ਦੇ ਏਰੀਆ ਦੇ ਵਿੱਚੋਂ ਰਿਕਵਰ ਹੋਈ ਹੈ। ਮਾਰਕੀਟ ਰੇਟਸ ਪੁਲਿਸ ਵੱਲ ਐਸੀ ਐਸ ਸੱਚ ਮਾਰਕੀਟ ਰੇਟਸ ਹੁੰਦਾ, ਬਟ ਐਜ਼ ਪਰ ਦੀ ਜੋ ਪ੍ਰੈਵਲੈਂਟ ਜਿਹੜੀਆਂ ਖਬਰਾਂ 'ਚ ਜਿਸ ਤਰ੍ਹਾਂ ਹੁੰਦਾ ਇਟ ਇਜ਼ ਪੈਕਡ ਟੂ ਬੀ ਅਰਾਊਂਡ 5 ਕਰੋੜਸ ਟੂ ਅ kg, ਬਟ ਦੈਰ ਇਜ਼ ਨਥਿੰਗ ਐਜ਼ ਸੱਚ ਕੋਈ ਬੈਂਚਮਾਰਕ ਤਾਂ ਗਵਰਨਮੈਂਟ ਆਫ ਇੰਡੀਆ ਵੱਲੋਂ ਹੁੰਦਾ ਨਹੀਂ। ਇਹ ਸਾਡੀ ਆਰਡੀਨੈਂਸ ਫੈਕਟਰੀ ਦੇ ਤਾਂ ਨਹੀਂ ਹੈ ਇੰਡੀਆ ਦੇ, ਡੈਫੀਨਿਟਲੀ ਦੇ ਆਰ ਫਰੋਮ ਦੀ ਪਾਕਿਸਤਾਨ। ਸਾਡੀ ਹਿਊਮਨ ਇੰਟ ਹੁੰਦੀ ਹੈ, ਸਾਡੇ ਸੋਰਸਿਸ ਹੁੰਦੇ ਆ, ਤੇ ਵੀ ਵਰਕ ਡੇ ਐਂਡ ਨਾਈਟ, ਵੀ ਆਰ ਇਨ ਕੰਟੈਕਟ ਵਿਦ ਸਮ ਸਾਡੇ ਕੋਲ ਰਿਲਾਇਬਲ ਸੋਰਸਿਸ, ਸਾਡੇ ਆਪਦੇ ਸੋਰਸਿਸ ਹੁੰਦੇ ਆ, ਉਹਨਾਂ ਨੂੰ ਅਸੀਂ ਕੜੀ ਨਾਲ ਕੜੀ ਜੋੜਦੇ ਹੈਗੇ, ਤਾਂ ਫਿਰ ਉਸ ਨੂੰ ਅਮਲੇ ਜਾਮਾ ਪਨਾਈ ਦਾ ਹੈਗਾ, ਕੜੀ ਨਾਲ ਕੜੀ ਜੋੜ ਕੇ, ਤੇ ਸੋ ਰਿਜ਼ਲਟਸ ਆਰ ਬਿਫੋਰ ਯੂ। ਨਹੀਂ ਉਹ ਹਾਲੇ ਅਸੀਂ ਦਿਸ ਇਜ਼ ਅੰਡਰ ਇਨਵੈਸਟੀਗੇਸ਼ਨ, ਦ ਕੇਸਿਸ ਆਰ ਸਟਿਲ ਅੰਡਰ ਇਨਵੈਸਟੀਗੇਸ਼ਨ, ਵੀ ਆਰ ਸਮ ਵਾਈਟਲ ਲੀਡਸ ਐਟ ਦਿਸ ਮੋਮੈਂਟ ਆਈ ਕੈਨੋਟ ਡਿਵਲਜ, ਕਿਉਂਕਿ ਹਾਲੇ ਤਾਂ ਫਿਰ ਉਹ ਸਾਡਾ ਸਾਰਾ ਖੇਰੂ ਹੋ ਜਾਏਗਾ ਆਪਰੇਸ਼ਨ। ਸੋ ਰਿਕਵਰੀ ਸਾਡੇ ਕੋਲ ਹੈਗੀ ਹੈ, ਵੀ ਆਰ ਸੈਟਿਸਫਾਈਡ ਦਿਸ ਹੈਰੋਇਨ ਕੁਡ ਹੈਵ ਗੋਨ ਇਨ ਦ ਹੈਂਡਸ ਆਫ ਦੀ ਦਿਸ ਸਮਗਲਰਸ, ਵੁਡ ਹੈਵ ਰੀਚ ਟੂ ਦੀ ਪੀਪਲ, ਕੋਈ ਡਰਗ ਐਡਿਕਟ, ਤਾਂ ਅਸੀਂ ਉਸ ਵੇਲੇ ਸੋਚਦੇ ਹਾਂ ਵੀ ਚਲੋ ਜੇਕਰ ਬੰਦਾ ਨਹੀਂ ਤਾਂ ਘੱਟੋ ਘੱਟ ਹੈਰੋਇਨ ਤਾਂ ਹੈ ਜਿਸ ਨਾਲ ਅਸੀਂ ਬਚਾ। ਇਸ ਨੇ ਨਹੀਂ ਇਨਫੋਰਮੇਸ਼ਨ ਦਿੱਤੀ, ਆਈ ਸੈਡ ਕਿ ਦੇਰ ਇਜ਼ ਸਮ ਇਨਫੋ, ਅਸੀਂ ਵੀ ਡੋਂਟ ਡਿਵਲਜ ਆਰ ਰਿਸੋਰਸਿਸ, ਅਸੀਂ ਆਪਣੇ ਸੋਰਸਿਸ ਨੂੰ ਪਬਲਿਕ ਡੋਮੇਨ ਦੇ ਵਿੱਚ ਨਹੀਂ ਦੱਸਦੇ। ਇਟ ਵਾਜ਼ ਜਿਹੜੇ ਉੱਥੇ ਮੌਕੇ ਤੇ ਗਏ ਸੀ ਉਹ DSP D ਸੀ ਸਾਡੇ ਰਮਨਿੰਦਰ ਦਿਓਲ, ਤੇ ਇੰਸਪੈਕਟਰ ਬਲਜੀਤ, ਉਹਦੇ ਨਾਲ ਪਾਰਟੀ ਸੀਗੀ, ਸੁਪਰਵਾਈਜ਼ ਬਾਈ ਦੀ SPD, ਓਬਵੀਅਸਲੀ ਇਸ ਡਿਟੈਕਟਿਵ ਸਟਾਫ ਦਾ ਕੰਮ ਹੁੰਦਾ। ਜਿਹੜੀ ਦੇਖੋ ਅਕਰੋਸ ਦੀ ਬਾਰਡਰ ਤਾਂ ਨਾਰਕੋ ਟੈਰਰਿਜ਼ਮ ਤਾਂ ਹੈਗਾ ਹੀ ਹੈ। ਵੀ ਆਲ ਨੋ ਦੈਟ ਪਾਕਿਸਤਾਨ ਇਜ਼ ਟਰਾਈਂਗ ਟੂ ਪੁਸ਼ ਡਰੱਗਸ, ਟਰਾਈਂਗ ਟੂ ਪੁਸ਼ ਐਮੂਨੀਸ਼ਨ ਇਨ ਦੀ ਆਪਾਂ ਥੋੜ੍ਹੇ ਸਮੇਂ ਪਿਛਲੇ ਸਮੇਂ ਦੇ ਵਿੱਚ ਜੇ ਆਪਾਂ ਇਸੇ ਜਨਵਰੀ ਤੋਂ ਲਾਈਏ ਤਾਂ ਕਿੰਨੇ ਡਰੋਨਸ, ਕਿੰਨੇ ਐਮੂਨੀਸ਼ਨ ਅਸੀਂ ਫੜਿਆ, ਕਿੰਨੀ ਰਿਕਵਰੀ ਮਜੀਠਾ ਦੀ ਪੁਲਿਸ ਨੇ ਕੀਤੀ ਹੈਗੀ ਹੈ, ਬਹੁਤ ਜ਼ਿਆਦਾ ਰਿਕਵਰੀ, ਮਤਲਬ ਕਮੈਂਡੇਬਲ ਜੌਬ ਉੱਥੇ ਸਾਡੀ ਮਜੀਠਾ ਪੁਲਿਸ ਵਾਲਿਆਂ ਨੇ ਕੀਤੀ ਹੈ, ਏਬਲੀ ਲੈਡ ਬਾਏ ਮਿਸਟਰ ਵਿਕਰਮ ਦੁੱਗਲ ਜਿਹੜੇ ਉੱਥੇ SSP ਨੇ, ਤੇ ਇਸ ਤਰ੍ਹਾਂ ਹੀ ਸਾਰੇ ਕਮਿਸ਼ਨਰ ਜਿਹੜੇ ਬਾਰਡਰ ਦੇ ਹੈਗੇ ਆ, ਫਿਰੋਜ਼ਪੁਰ 'ਚ ਬੜੀ ਹੈ, ਫਾਜ਼ਿਲਕਾ ਦੇ ਵਿੱਚ ਹੈਗੀ ਹੈ, ਸੋ ਆਪਣਾ ਜਲੰਧਰ ਰੂਰਲ ਦੇ ਵਿੱਚ, ਸੋ ਅਕਰੋਸ ਦੀ ਕੋਸ਼ਿਸ਼ ਚੱਲਦੀ ਰਹਿੰਦੀ ਹੈ ਟੂ ਪੁਸ਼, ਤੇ ਪੁਲਿਸ ਦਾ ਕੰਮ ਇਹ ਹੈ ਕਿ ਫੜੀ ਜਾਵੇ ਅਸੀਂ। ਸੋ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਮਿਲਦੇ ਹਾਂ ਇੱਕ ਨਿੱਕੀ ਜੀ ਬ੍ਰੇਕ ਤੋਂ ਬਾਅਦ। Ashoka Tandoori Range. Enjoy the Indian taste. Ashoka Tandoori Range. Enjoy the Indian taste. ਆਪਣੀਆਂ ਮੰਗਾਂ ਨੂੰ ਲੈ ਕੇ ਮਜ਼ਦੂਰਾਂ ਦੀ ਟ੍ਰੇਡ ਯੂਨੀਅਨਾਂ ਵੱਲੋਂ ਅੱਜ ਦੇਸ਼ ਵਿਆਪੀ ਧਰਨਾ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ। ਟ੍ਰੇਡ ਯੂਨੀਅਨ ਦੇ ਸਮਰਥਨ ਵਿੱਚ ਅੱਜ ਸਰਕਾਰੀ ਕਰਮਚਾਰੀਆਂ ਅਤੇ ਟ੍ਰੇਡ ਯੂਨੀਅਨਾਂ ਵੱਲੋਂ ਬਰਨਾਲਾ ਦੇ ਜ਼ਿਲ੍ਹਾ ਦਫ਼ਤਰ ਬਾਹਰ ਧਰਨਾ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਕੇਂਦਰ ਸਰਕਾਰ ਕਰੋਨਾ ਵਾਇਰਸ ਦੀ ਆੜ ਵਿੱਚ ਸਰਕਾਰੀ ਸੰਸਥਾਵਾਂ ਜਿਵੇਂ ਕਿ ਕੋਇਲੇ ਦੀਆਂ ਖਾਨਾਂ, ਹਵਾਈ ਅੱਡੇ ਵੱਡੇ ਉਦਯੋਗਪਤੀਆਂ ਦੇ ਹੱਥ ਦੇ ਰਹੀ ਹੈ। ਉੱਥੇ ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਵੀ ਉਡਾ ਦਿੱਤੀਆਂ। ਅੱਜ ਪੂਰੇ ਭਾਰਤ ਵਰਸ਼ ਤੇ 22 ਤਰੀਕ ਦੀ ਹੜਤਾਲ ਕੀਤੀ ਜਾ ਰਹੀ ਹੈ। ਪੂਰੇ ਇੰਡੀਆ ਦੀਆਂ ਜਿਹੜੀਆਂ ਮਜ਼ਦੂਰਾਂ ਦੀਆਂ ਵੱਡੀਆਂ ਜਥੇਬੰਦੀਆਂ ਨੇ, ਟ੍ਰੇਡ ਯੂਨੀਅਨਾਂ ਨੇ,
ਉਹਨਾਂ ਵੱਲੋਂ ਇਹ ਕਾਲ ਹੈ ਤੇ ਅਸੀਂ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਇਹਦੀ ਹਮਾਇਤ ਕਰ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ। ਇਹਦੇ 'ਚ ਮੁੱਖ ਮੰਗਾਂ ਕੀ ਨੇ ਕਿ ਅੱਜ ਭਾਰਤ ਸਰਕਾਰ ਹੈ ਜਿਹੜੀ ਉਹ ਲੋਕਾਂ ਨੂੰ, ਜਦੋਂ ਲੋਕ ਇੱਕ ਕੋਵਿਡ-19 ਵਰਗੀ ਮਹਾਮਾਰੀ ਦੇ ਵਿੱਚ ਬੁਰੀ ਤਰ੍ਹਾਂ ਉਲਝਾਏ ਹੋਏ ਨੇ, ਡਰਾਏ ਹੋਏ ਨੇ, ਤਾਂ ਇਹਦਾ ਉਹ ਫਾਇਦਾ ਇਸ ਰੂਪ 'ਚ ਲੈ ਰਹੇ ਨੇ ਕਿ ਪਿਛਲੇ ਦਿਨਾਂ 'ਚ ਉਹਨਾਂ ਨੇ ਕੋਲੇ ਦੀਆਂ ਖਾਣਾਂ ਵੇਚਤੀਆਂ। ਪਿਛਲੇ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਕਿਰਤ ਕਾਨੂੰਨਾਂ ਦੇ ਵਿੱਚ ਵੱਡੀਆਂ ਸੋਧਾਂ ਕਰਕੇ ਉਹ 8 ਘੰਟਿਆਂ ਦੀ ਦਿਹਾੜੀ ਦੀ ਜਿਹੜੀ ਮੰਗ ਇੱਥੋਂ ਦੇ ਮਜ਼ਦੂਰਾਂ ਨੇ ਅਮਰੀਕਾ ਦੇ ਵਿੱਚ ਸਹਾਇਤਾਂ ਦੇ ਕੇ, ਸ਼ਹੀਦੀਆਂ ਦੇ ਕੇ ਮੰਗ ਮਨਵਾਈ ਸੀ, ਤੇ ਉਹ ਜਿਹੜੀਆਂ ਮੱਦਾਂ ਨੇ ਕਿਰਤ ਕਾਨੂੰਨ ਦੀਆਂ ਮਜ਼ਦੂਰਾਂ ਦੇ ਹੱਕ ਸੀ, ਉਹ 31 ਮੱਦਾਂ ਨੇ ਜਿਹੜੀਆਂ ਖਤਮ ਕਰਤੀਆਂ, ਜਿਹਦੇ 'ਚ ਮਜ਼ਦੂਰ ਆ ਜਿਹੜੀ ਉਹ 1.5 ਦਿਨ ਕੰਮ ਕਰੂਗਾ ਹੁਣ ਤਾਂ ਉਹਨੂੰ ਉਨੀ ਵੇਜ ਮਿਲਣੀ ਹੈ। ਨਾਲ ਦੀ ਨਾਲ ਹੀ ਬਿਜਲੀ ਬੋਰਡ ਆ ਜਿਹੜਾ, ਉਹਦੇ 'ਚ ਵੱਡੀਆਂ ਜਿਹੜੀਆਂ ਸੋਧਾਂ ਨੇ ਜਿਹੜੀਆਂ ਉਹ ਕਰਨ ਜਾ ਰਹੇ ਨੇ। ਜਿਹੜੀ ਬਿਜਲੀ ਬੋਰਡ ਦਾ ਅਧਿਕਾਰ ਆ ਜਿਹੜਾ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਜਾਂ ਸਟੇਟ ਸਰਕਾਰਾਂ ਜੇ ਕੁਝ ਕਰਨਾ ਚਾਹੁਣਗੀਆਂ ਤਾਂ ਉਹ ਨਹੀਂ ਕਰ ਸਕਣਗੀਆਂ, ਬਿਲਕੁਲ ਉਹਦਾ ਨਿੱਜੀਕਰਨ ਕੀਤਾ ਜਾ ਰਿਹਾ। ਅੱਜ ਜਿਹੜਾ ਸਾਡਾ ਸੱਦਾ ਦਿੱਤਾ ਗਿਆ ਸਾਰੀਆਂ ਟ੍ਰੇਡ ਯੂਨੀਅਨਾਂ ਵੱਲੋਂ ਪੂਰੇ ਦੇਸ਼ ਦੇ ਵਿੱਚ ਡੀਸੀਆਂ ਦੇ ਰਾਹੀਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤੇ ਜਾਣਗੇ, ਕਿਉਂਕਿ ਪਿਛਲੇ ਦਿਨੀ ਇੱਕ ਜਿਹੜਾ ਬੀਜੇਪੀ ਸਰਕਾਰ ਨੇ ਫੈਸਲਾ ਲਿੱਤਾ ਗਾ ਮਜ਼ਦੂਰ ਵਿਰੋਧੀ, ਮਤਲਬ ਜਿਹੜਾ ਕਾਨੂੰਨ ਅੱਜ ਤੋਂ 126 ਸਾਲ ਪਹਿਲਾਂ ਕਿਰਤੀ ਲੋਕਾਂ ਨੇ ਲੜ ਕੇ 12 ਘੰਟੇ ਨੂੰ ਤੋੜ ਕੇ 8 ਘੰਟੇ ਦਾ ਬਣਾਇਆ ਸੀਗਾ, ਉਹਨੂੰ ਬੀਜੇਪੀ ਸਰਕਾਰ ਮੁੜ ਮਤਲਬ 12 ਘੰਟਿਆਂ ਦਾ ਬਣਾਉਣ ਜਾ ਰਹੀ ਆ। ਨਾਲ ਜਿਹੜੀ ਮਤਲਬ ਮਿਨੀਮਮ ਵੇਜ ਘੱਟੋ ਘੱਟ ਉਜਰਤ ਕਿਰਤੀ ਲੋਕਾਂ ਦੀ ਹਰ 6 ਮਹੀਨੇ ਬਾਅਦ ਵੱਧਦੀ ਹੁੰਦੀ ਹੈ, ਉਹਦੇ ਤੇ 3 ਸਾਲਾਂ ਵਾਸਤੇ ਰੋਕ ਲਾ ਦਿੱਤੀ ਹੈ। ਸੋ ਉਹਦੇ ਵਿਰੋਧ ਵਿੱਚ ਇਸ ਤੋਂ ਇਲਾਵਾ ਜਿਹੜੇ ਮੁਲਾਜ਼ਮ ਨੇਗੇ ਜਾਂ ਹੋਰ ਤਕਰੀਬਨ ਸਾਰੇ ਹੀ ਵਰਗ ਜਿਹੜੇ ਕਿਰਤੀ ਵਰਗ ਨੇ, ਉਹਨਾਂ ਨਾਲ ਇਸ ਲੋਕਡਾਊਨ ਦੇ ਦੌਰਾਨ ਮਤਲਬ ਜਿੰਨੇ ਵੀ ਉਹਨਾਂ ਦੇ ਹੱਕ ਅਧਿਕਾਰ ਨੇ ਉਹ ਸਾਰੇ ਖੋਏ ਜਾ ਰਹੇ ਨੇ, ਜਿਹਦੇ ਵਿਰੋਧ ਵਿੱਚ ਅੱਜ ਟ੍ਰੇਡ ਯੂਨੀਅਨਾਂ ਵੱਲੋਂ ਸਿਰਫ ਮੰਗ ਪੱਤਰ ਦਿੱਤੇ ਜਾਣਗੇ। ਇਸ ਤੋਂ ਬਾਅਦ ਆਉਣ ਵਾਲੇ ਸਮੇਂ 'ਚ ਜਿਹੜੀਆਂ ਜਥੇਬੰਦੀਆਂ ਮੀਟਿੰਗਾਂ ਕਰਕੇ ਵੱਡੇ ਐਕਸ਼ਨ ਲਈ ਜਿਹੜੇ ਪ੍ਰੋਗਰਾਮ ਜਿਹੜੀ ਅੱਜ ਦੀ ਇਹ ਅਸੀਂ ਡੈਮੋਨਸਟ੍ਰੇਸ਼ਨ ਕਰ ਰਹੇ ਹਾਂ, ਇਹ ਕੱਲਾ ਬਰਨਾਲੇ ਦੇ ਅੰਦਰ ਨਹੀਂ, ਸਮੁੱਚੇ ਹਿੰਦੁਸਤਾਨ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਕੀਤਾ ਜਾ ਰਿਹਾ। ਇਹਦਾ ਮੁੱਖ ਮੰਤਵ ਹੈ ਜਿਹੜਾ ਉਹ ਇੱਕੋ ਹੀ ਹੈ ਕਿ ਜਿਹੜੀ ਇਹ ਮਹਾਮਾਰੀ ਆਈ ਹੈ ਕਰੋਨਾ ਦੀ, ਇਹ ਕਰੋਨਾ ਦੀ ਮਹਾਮਾਰੀ ਦੀ ਆੜ ਦੇ ਹੇਠ ਜਿਹੜੇ ਸਾਡੇ ਮਜ਼ਦੂਰ ਨੇ, ਜਿਨ੍ਹਾਂ ਨੂੰ ਇੰਡਸਟਰੀਅਲ ਡਿਸਪਿਊਟ ਐਕਟ 1947 ਤੇ ਹੋਰ ਐਕਟ ਬਣੇ ਹੋਏ ਆ, ਜਿਹਦੇ ਤਹਿਤ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਹੱਕ ਨੇ ਉਹ ਰਾਖਵੇਂ ਰੱਖੇ ਹੋਏ ਆ, ਉਹਨਾਂ ਹੱਕਾਂ ਨੂੰ ਖੋਹਣ ਦੇ ਲਈ ਇੱਕ ਇੱਕ ਕਰਕੇ ਜਿਹੜਾ ਹੈਗਾ ਉਹ ਸਰਕਾਰ ਵੱਖ-ਵੱਖ ਸਟੇਟਾਂ ਦੇ ਅੰਦਰ ਔਰ ਕੇਂਦਰ ਦੇ ਅੰਦਰ ਕਾਨੂੰਨ ਲੈ ਕੇ ਆ ਰਹੀ ਹੈ। ਅਸੀਂ ਇਹ ਤਹਈਆ ਕੀਤਾ ਵੀ ਬਿਲਕੁਲ ਵੀ 1% ਵੀ ਅਸੀਂ ਜਿਹੜਾ ਇਹ ਡਾਕਾ ਮਾਰਿਆ ਜਾ ਰਿਹਾ ਉਹਨੂੰ ਸਹਿਣ ਨਹੀਂ ਕਰਾਂਗੇ। ਉਹਦੇ 'ਚ ਇਕੱਲਾ ਮਜ਼ਦੂਰ ਨਹੀਂ ਹੈ, ਉਹਦੇ 'ਚ ਅਸੀਂ ਮੁਲਾਜ਼ਮ ਵੀ ਨਾਲ ਹੈ, ਉਹਦੇ 'ਚ ਅਸੀਂ ਟੋਟਲ ਜਿਹੜੇ ਹੋਰ ਕਿਰਤੀ ਵਰਗ ਜਿੰਨੇ ਵੀ ਕਿਰਤੀ ਵਰਗ ਹੈ ਸਾਰੇ ਨਾਲ ਹੈ। ਉਹਦੀ ਕੜੀ ਦੇ ਤਹਿਤ ਅੱਜ ਜਿਹੜਾ ਹੈਗਾ ਡੈਮੋਨਸਟ੍ਰੇਸ਼ਨ ਕੀਤਾ ਜਾ ਰਿਹਾ ਹੈ। ਇਦੋਂ ਅੱਗੇ ਜੋ ਵੀ ਸਾਰੀਆਂ ਜਥੇਬੰਦੀਆਂ ਦਾ ਸੱਦਾ ਹੋਊਗਾ ਅਸੀਂ ਇਸੇ ਤਰ੍ਹਾਂ ਉਹਨੂੰ ਲਾਗੂ ਕਰਦੇ ਰਹਾਂਗੇ। ਗੁਰਦਾਸਪੁਰ ਦੇ ਹਲਕਾ ਕਾਦੀਆਂ ਦੇ ਨਜ਼ਦੀਕੀ ਪਿੰਡ ਸੇਖਵਾਂ ਦੇ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਮੰਗਲ ਸਿੰਘ, ਜੋ ਕਿ ਯੂਪੀ ਵਿੱਚ 4 ਮਹੀਨਿਆਂ ਪਹਿਲਾਂ ਆਲੂ ਦੇ ਸਟੋਰ ਵਿੱਚ ਕੰਮ ਕਰਨ ਗਿਆ ਸੀ। ਕਰੋਨਾ ਦੇ ਚੱਲਦੇ 2 ਮਹੀਨੇ ਪਹਿਲਾਂ ਉਹ ਯੂਪੀ ਤੋਂ ਆਪਣੇ ਸਾਥੀਆਂ ਦੇ ਨਾਲ ਵਾਪਸ ਆਪਣੇ ਘਰ ਲਈ ਪੈਦਲ ਚੱਲਿਆ ਸੀ, ਪਰ ਹੁਣ ਤੱਕ ਉਹ ਆਪਣੇ ਘਰ ਨਹੀਂ ਪਹੁੰਚ ਸਕਿਆ, ਜਿਸ ਕਾਰਨ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੀ ਭਾਲ ਕੀਤੀ ਜਾਵੇ। ਇੱਥੋਂ ਆਲੂ ਵਾਲੇ ਸਟੋਰ ਤੇ ਵੱਜੀ ਆ ਜੀ, ਇਹ ਆਲੂ ਵਾਲੇ ਸਟੋਰ ਤੇ 4 ਮਹੀਨੇ ਹੋ ਗਏ ਇਹਨਾਂ ਨੂੰ ਗਿਆ। ਇਹਦੇ ਨਾਲ 4 ਜਣੇ ਸਾਥੀ ਸੀਗੇ, ਇਹ ਚੱਲਦੇ ਆ ਰਹੇ ਸੀ। ਇਹਨਾਂ ਦੇ ਕਿਤੇ ਰਸਤੇ 'ਚ ਆਣ ਕੇ ਇਹਨਾਂ ਨੇ ਨਾ ਕਿਤੇ ਰਸਤੇ 'ਚ ਆਣ ਕੇ ਰੁਕ ਗਏ ਤੇ ਉਹ ਜਿਹੜੇ ਸਾਥੀ ਸੀ ਨਾ ਇਹਨੂੰ ਛੱਡ ਕੇ ਆ ਗਏ ਤੇ ਜਦੋਂ ਇਹਨਾਂ ਨੂੰ ਪੁੱਛਗਿੱਛ ਕੀਤੀ ਵੀ ਆਂਦੇ ਵੀ ਸਾਡੇ ਨਾਲ ਤੁਰਦਾ ਨਹੀਂ ਸੀ। ਅਸੀਂ ਇਹਨੂੰ ਆਖਿਆ ਵੀ ਤੂੰ ਤੁਰ, ਤੇ ਉਹ ਤੁਰਦਾ ਨਹੀਂ ਆਇਆ, ਤੇ ਇਹਨਾਂ ਦਾ ਹਵਾਲਾ ਪਾ ਕੇ ਤੇ ਅਸੀਂ ਸਰਕਾਰ ਕੋ ਇਹਦੇ ਕੋਲ ਪੁਲਿਸ ਕੋਲ ਕੀਤੀ ਰਿਪੋਰਟ ਇਹਦੀ, ਤੇ ਉਹਨਾਂ ਕੋਈ ਸਾਡੀ ਸੁਣਾਈ ਨਹੀਂ ਕੀਤੀ। ਸੋ ਬਹੁਤ ਪਰਿਵਾਰ ਛੋਟਾ ਵਾ, ਮਤਲਬ ਗਰੀਬ ਆ, ਤੇ ਜੋ ਸਰਕਾਰ ਕੋ ਅਸੀਂ ਮੰਗ ਰੱਖਦੇ ਹਾਂ ਸਰਕਾਰ ਨੇ ਕੋਈ ਸਾਡੀ ਸੁਣਾਈ ਨਹੀਂ ਕੀਤੀ। ਇਹ ਵੇਖੋ ਪਰਿਵਾਰ ਦੇ ਵਿੱਚ ਵਿਚਾਰਾ ਇਕੱਲਾ ਕਰਾ ਹੈਗਾ ਇਹ, ਕੋਈ ਇਹਦੀ ਸੁਣਾਈ। ਇਹਦੇ 7 ਬੱਚੇ, ਇੱਕ ਇਹਦੀ ਲੜਕੀ ਇਹਦੇ ਪਿੱਛੋਂ ਹੀ ਡੈਥ ਹੋ ਗਈ, ਇਹਦੀ 16-17 ਸਾਲ ਦੀ ਸੀ। ਪ੍ਰਸ਼ਾਸਨ ਕੋ ਮੰਗ ਇਹੀ ਆ, ਦਿੱਲੀ ਵਾਲੀ ਸਰਕਾਰ ਨੂੰ ਇਹ ਬੇਨਤੀ ਆ ਵੀ ਇਹਦੀ ਮਦਦ ਕੀਤੀ ਜਾਏ। ਪੰਜਾਬ ਸਰਕਾਰ ਨੂੰ ਇਹੀ ਬੇਨਤੀ ਹੈ ਵੀ ਇਹਦੀ ਵੱਧ ਤੋਂ ਵੱਧ ਮਦਦ ਕੀਤੀ ਜਾਏ। ਪਿੰਡ ਸੇਖਵਾਂ ਤੋਂ ਮੰਗਲ ਸਿੰਘ, ਜੋ ਕਰੋਨਾ ਵਾਇਰਸ ਤੋਂ ਪਹਿਲਾਂ ਆਪਣੇ ਆਲੂਆਂ ਵਾਲੇ ਸਟੋਰ 'ਚ ਯੂਪੀ ਕੰਮ ਕਰਨ ਗਏ, ਉਹ ਵਾਪਸ ਨਹੀਂ ਘਰ ਪਰਤੇ। 4 ਮਹੀਨੇ ਹੋ ਗਏ, ਉਹਦੇ 7 ਬੱਚੇ ਨੇ, ਜਿਨ੍ਹਾਂ ਦਾ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਚੱਲ ਰਿਹਾ। ਛੱਤ ਵੀ ਡਿੱਗਣ ਵਾਲੀ ਹੈ ਕੋਈ ਮਕਾਨ ਦੀ, ਤੇ ਕੋਈ ਸਰਕਾਰ ਨੇ ਉਹਦੀ ਸਹਾਇਤਾ ਨਹੀਂ ਕੀਤੀ, ਨਾ ਕਿਸੇ ਨੇ ਪਿੰਡ ਵਾਸੀ ਨੇ ਮਦਦ ਕੀਤੀ ਇੰਨੀ।
ਉਹਦਾ ਗੁਜ਼ਾਰਾ ਬਹੁਤ ਮੁਸ਼ਕਲ ਕੀਤਾ ਹੋ ਰਿਹਾ ਵਾ। ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹਦੀ ਆਣ ਕੇ ਹਾਲਤ ਵੇਖ ਕੇ ਤੇ ਮਦਦ ਕਰਨ। ਤਰਨਤਾਰਨ ਦੇ ਐਸਐਸਪੀ ਧਰੁਵ ਦਹੀਆ ਵੱਲੋਂ ਮਾੜੇ ਅਨਸਰਾਂ ਖਿਲਾਫ ਵੀਡੀ ਮੁਹਿੰਮ ਤਹਿਤ ਡੀਐਸਪੀ ਰਾਜਵੀਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਣਾ ਵਲਟੋਹਾ ਦੀ ਪੁਲਿਸ ਨੇ 1500 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਡੀਐਸਪੀ ਰਾਜਵੀਰ ਪਿੰਕੀਵਿੰਡ ਨੇ ਦੱਸਿਆ ਕਿ ਥਾਣਾ ਵਲਟੋਹਾ ਐਸਐਚਓ ਬਲਵਿੰਦਰ ਸਿੰਘ ਨੂੰ ਇਤਲਾਹ ਮਿਲੀ ਸੀ, ਜਿਸ ਤੇ ਪੂਰੀ ਕਾਰਵਾਈ ਕੀਤੀ ਗਈ ਤੇ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਧਰੁਵ ਦਹੀਆ ਐਸਐਸਪੀ ਤਰਨਤਾਰਨ ਜੀ ਦੀਆਂ ਜਿਹੜੀਆਂ ਸਖਤ ਹਦਾਇਤਾਂ ਦੇ ਅਨੁਸਾਰ ਜਿਹੜਾ ਨਸ਼ੇ ਦੇ ਵਿਰੁੱਧ ਵੱਡੀ ਮੁਹਿੰਮ ਦੇ ਤਹਿਤ ਏਐਸਆਈ ਸਾਡੇ ਦਰਸ਼ਨ ਸਿੰਘ ਥਾਣਾ ਵਲਟੋਹਾ ਤੋਂ ਇਹਨਾਂ ਨੇ ਬਹਾਦਰ ਨਗਰ ਆਪਣਾ ਜਿਹੜਾ ਉੱਥੇ ਪੁਲਸੂਆ ਦੇ ਨਾਕਾ ਲਾਇਆ ਸੀਗਾ ਤੇ ਇੱਕ ਜਿਹੜਾ ਵਿਅਕਤੀ ਆ ਉਹ ਨੱਥਾ ਸਿੰਘ ਪੁੱਤਰ ਜੂਨ ਸਿੰਘ ਕੌਮ ਮਜਬੀ ਵਾਸੀ ਪਲਾਸੌਰ ਆਇਆ, ਜਿਹਨੂੰ ਸ਼ੱਕ ਦੀ ਬਣਾ ਤੇ ਰੋਕਿਆ ਗਿਆ, ਜਿਹਦੇ ਕੋਲ ਸ਼ੱਕ ਹੋਇਆ ਵੀ ਇਹਦੇ ਕੋਲ ਕੋਈ ਨਸ਼ੀਲੀ ਵਸਤੂ ਹੈਗੀ ਆ, ਜਿਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਜਿਹੜਾ ਸਾਡੇ ਮੁੱਖ ਅਫਸਰ ਥਾਣਾ ਸ਼੍ਰੀ ਬਲਵਿੰਦਰ ਸਿੰਘ ਜੀ ਨੂੰ ਫੋਨ ਦੇ ਉੱਤੇ ਦੱਸਿਆ, ਜਿਨ੍ਹਾਂ ਨੇ ਐਸਆਈ ਕੇਵਲ ਸਿੰਘ ਨੂੰ ਉੱਥੇ ਮੌਕਾ 'ਤੇ ਭੇਜਿਆ ਤੇ ਜਿਹੜਾ ਉਹਦੇ ਕੋਲੋਂ ਸਾਰਾ ਜਿਹੜਾ ਜ਼ਾਬਤੇ ਅਨੁਸਾਰ ਕਾਰਵਾਈ ਕਰਕੇ ਇਹਦੀ ਜਿਹੜੀ ਦੋਸ਼ੀ ਦੀ ਤਲਾਸ਼ੀ ਕੀਤੀ ਗਈ, ਜਿਹਦੇ ਕੋਲ ਇੱਕ ਮੋਮੀ ਲਿਫਾਫੇ ਦੇ ਵਿੱਚ ਵਲੇਟੀਆਂ ਹੋਈਆਂ 1500 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ, ਜਿਹਦੇ ਤਹਿਤ ਜਿਹੜਾ ਮੁਕੱਦਮਾ ਨੰਬਰ 75 ਡੇਟਡ 21/5/20 ਅੰਡਰ ਸੈਕਸ਼ਨ NDPS ਐਕਟ ਤਹਿਤ ਦਰਜ ਕਰਕੇ ਇਹਦੀ ਗ੍ਰਿਫਤਾਰੀ ਪਾਈ ਗਈ ਆ ਤੇ ਦੋਸ਼ੀ ਦਾ ਜਿਹੜਾ ਹੈਗਾ ਵਾ ਅੱਜ ਰਿਮਾਂਡ ਲਿਆ ਜਾ ਰਿਹਾ ਤੇ ਰਿਮਾਂਡ ਦੌਰਾਨ ਪੁੱਛ ਕੇ ਕਰਕੇ ਇਹਦੇ ਕੋਲ ਲਾਇਆ ਜਾਏਗਾ ਕਿ ਵੀ ਇਹ ਗੋਲੀਆਂ ਕਿੱਥੋਂ ਲਿਆਉਂਦਾ ਸੀ ਅਤੇ ਅੱਗੇ ਕਿੱਥੇ ਵੇਚਦਾ ਸੀਗਾ। ਇਹਦੇ ਬਾਰੇ ਜਿਹੜੀ ਆ ਢੰਗਿਆਈ ਨਾਲ ਅਜੇ ਪੜਤਾਲ ਕੀਤੀ ਜਾ ਰਹੀ ਹੈ। ਇਹਦੇ ਬਾਰੇ ਵੀ ਵੈਰੀਫਾਈ ਕੀਤਾ ਜਾ ਰਿਹਾ ਵਾ। ਉਹ ਮਤਲਬ ਇਹ 2-3 ਜਗ੍ਹਾ ਦੇ ਉੱਤੇ ਰਹਿੰਦਾ ਰਿਹਾ ਵਾ। ਪਹਿਲੋਂ ਇੱਥੇ ਪਿੰਡ ਦਾ ਇੱਧਰ ਸੀਗਾ, ਫਿਰ ਬਾਅਦ ਦੇ ਵਿੱਚ ਪਲਾਸੁਰ ਚਲੇ ਗਿਆ। ਦੋਵਾਂ ਤਿੰਨਾਂ ਥਾਣਿਆਂ ਦੇ ਵਿੱਚੋਂ ਇਹਦਾ ਪਤਾ ਕਰਾਇਆ ਜਾਏਗਾ ਵੀ ਇਹਦੇ ਖਿਲਾਫ ਕੋਈ ਮੁਕੱਦਮਾ ਦਰਜ ਹੈ ਜਾਂ ਨਹੀਂ। ਪੰਜਾਬ ਸਰਕਾਰ ਨੇ ਫਰੀਦਕੋਟ ਨੂੰ ਵੱਡਾ ਤੋਹਫਾ ਦਿੱਤਾ ਹੈ। ਪੰਜਾਬ ਸਿਹਤ ਵਿਭਾਗ ਨੇ ਇੱਥੇ ਆਧੁਨਿਕ ਤਕਨੀਕ ਵਾਲੀਆਂ ਮਸ਼ੀਨਾਂ ਵਾਲੀ ਲੈਬ ਦਾ ਉਦਘਾਟਨ ਕੀਤਾ ਹੈ। ਇਸ ਲੈਬ ਦਾ ਉਦਘਾਟਨ ਕਰਨ ਲਈ ਕੈਬਨਿਟ ਮੰਤਰੀ ਓਪੀ ਸੋਨੀ ਪਹੁੰਚੇ। ਇਸ ਮੌਕੇ ਗੱਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਹੈ ਕਿ ਇਹਨਾਂ ਮਸ਼ੀਨਾਂ ਨਾਲ 3000 ਟੈਸਟ ਕੀਤੇ ਜਾ ਸਕਣਗੇ। ਉਸ ਤੋਂ ਬਾਅਦ ਸੀਐਮ ਸਾਹਿਬ ਦੀ ਇਹ ਸੋਚ ਸੀ ਕਿ ਟੈਸਟ ਜਿਹੜੇ ਨੇ ਕਿਸੇ ਤਰੀਕੇ ਹੋਰ ਵਧਾਏ ਜਾਣ। ਸੋ ਹੁਣ ਅਸੀਂ ਸਾਰੇ ਤਿੰਨਾਂ ਕਾਲਜਾਂ ਇਹ ਮਸ਼ੀਨਾਂ ਜਿਹੜੀਆਂ ਜਿਹਦੇ ਨਾਲ ਤਕਰੀਬਨ ਡੇਲੀ ਇੱਕ ਮਸ਼ੀਨ ਨਾਲ 3000 ਟੈਸਟ ਜਿਹੜਾ ਉਹ ਹੋਏਗਾ ਸਾਡੇ ਤਿੰਨਾਂ ਕਾਲਜਾਂ 'ਚ। ਕਿਉਂਕਿ ਅੰਮ੍ਰਿਤਸਰ ਵੀ ਮਸ਼ੀਨ ਚੱਲ ਗਈ, ਵੀਸੀ ਸਾਹਿਬ ਭੇਜਤੀ ਅੰਮ੍ਰਿਤਸਰ ਵੀ ਚੱਲ ਗਈ, ਪਟਿਆਲੇ ਵੀ ਚੱਲ ਗਈ। ਸੋ ਇਹ ਜਿਹੜੀਆਂ ਨੇ ਤਿੰਨਾਂ ਕਾਲਜਾਂ 'ਚ ਮਸ਼ੀਨਾਂ ਸਾਡੀਆਂ ਚੱਲ ਗਈਆਂ ਨੇ। 3000 ਦੀ ਕਪੈਸਿਟੀ ਜਿਹੜੀ ਆ ਉਹ ਸਾਡੇ ਮੈਡੀਕਲ ਕਾਲਜਾਂ 'ਚ ਤਿੰਨਾਂ 'ਚ 9000 ਦੇ ਕਰੀਬ ਡੇਲੀ ਟੈਸਟ ਹੋਣਗੇ। ਸੋ ਅੱਜ ਫਰੀਦਕੋਟ ਮੈਡੀਕਲ ਕਾਲਜ ਅੱਜ ਓਪਨਿੰਗ ਕਰਤੀ ਆ। ਇਹ ਫੁੱਲੀ ਆਟੋਮੈਟਿਕ ਮਸ਼ੀਨ ਹੋਏਗੀ। ਇਹਦੇ ਨਾਲ ਕਿਸੇ ਨੂੰ ਹੱਥ ਲਾਉਣ ਦੀ ਲੋੜ ਨਹੀਂ, ਬੜੀ ਵੱਡੀ ਸੇਫਟੀ ਆ। ਜਿਹੜੇ ਸਾਡੇ ਲੈਬੋਰਟਰੀ ਟੈਕਨੀਸ਼ੀਅਨ ਸਨ ਉਹਨਾਂ ਨੂੰ ਪਹਿਲੋਂ ਸਾਰਾ ਕੁਝ ਮੈਨੂਅਲੀ ਕਰਨਾ ਪੈਂਦਾ ਸੀ। ਸੋ ਬੜਾ ਉਹਨਾਂ ਨੂੰ ਵੀ ਡਰ ਸੀ ਕਿ ਅਸੀਂ ਵੀ ਇਸ ਬਿਮਾਰੀ ਦੇ ਸ਼ਿਕਾਰ ਨਾ ਕਿਤੇ ਹੋ ਜਾਈਏ। ਸਾਡੇ ਦੋ ਜਗ੍ਹਾ 'ਤੇ ਸਾਡੇ ਜਿਹੜੇ ਸੀਗੇ LC ਉਹ ਪੋਜ਼ਿਟਿਵ ਆ ਗਏ। ਹੁਣ ਇਹ ਮਸ਼ੀਨਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੋਏਗਾ, ਬਿਲਕੁਲ ਆਟੋਮੈਟਿਕਲੀ ਮਸ਼ੀਨਾਂ ਚੱਲਣਗੀਆਂ। ਸੋ ਇਹਦੇ ਨਾਲ 3000 ਦੇ ਕਰੀਬ ਡੇਲੀ ਟੈਸਟ ਜਿਹੜੇ ਨੇ ਉਹ ਹੋਣਗੇ ਇੱਕ ਜਗ੍ਹਾ ਤੇ। ਦੇਸ਼ ਵਿੱਚ ਜਦੋਂ ਕਰੋਨਾ ਪਹਿਲਾਂ ਸਭ ਤੋਂ ਪਹਿਲਾਂ ਫੈਲੇ ਸੀ, ਮੰਨਿਆ ਜਾਂਦਾ ਸੀ ਕਿ NRI ਜਿਹੜੇ ਨੇ ਉਹਨਾਂ ਦੇ ਕਾਰਨ ਜਿਹੜਾ ਦੇਸ਼ ਵਿੱਚ ਕਰੋਨਾ ਆਇਆ। ਪਰ ਹੁਣ ਫਿਰ ਜਿਹੜੀ ਸਰਕਾਰ NRIs ਨੂੰ ਲਿਆ ਕੇ ਪੰਜਾਬ ਜਾਂ ਦੂਜੇ ਸਟੇਟਾਂ ਵਿੱਚ ਲਿਆ ਕੇ ਰੱਖਣ ਦੀ ਯੋਜਨਾ ਬਣਾ ਰਹੀ ਹੈ, ਜਿਹੜੀ ਕਿ ਜਲਦੀ ਆਉਣਗੇ ਵਾਪਸ। ਉਸ ਨੂੰ ਲੈ ਕੇ ਸਰਕਾਰ ਕਿਸ ਤਰ੍ਹਾਂ ਦੀ ਤਿਆਰੀ ਕਰੀਆਂ, ਕੀ ਪ੍ਰੀਕਾਸ਼ਨਸ ਲਏ ਜਾਣਗੇ? ਵੇਖੋ ਹਰ ਤਰ੍ਹਾਂ ਦੇ ਕੁਐਸਚਨ ਲਏ ਜਾ ਰਹੇ ਨੇ। ਸੋ ਜਿਹੜੇ ਬਾਹਰੋਂ ਵੀ ਆ ਰਹੇ ਨੇ, ਸਾਡੇ ਉਹਨੂੰ ਦੁਬਈ ਤੋਂ ਆਏ ਸੀ, ਉੱਥੇ 2 ਜਿਹੜੇ ਸੀਗੇ ਉਹ ਪੋਜ਼ਿਟਿਵ ਆ ਗਏ। ਸੋ ਉਹਨਾਂ ਦਾ ਇਲਾਜ ਚੱਲ ਰਿਹਾ, ਸਾਰਾ ਕੁਝ ਸਰਕਾਰ ਕਰ ਰਹੀ ਹੈ। ਹਰ ਤਰ੍ਹਾਂ ਦੀ ਤਿਆਰੀ ਹੈ ਪੰਜਾਬ ਸਰਕਾਰ ਵੱਲੋਂ। ਸਰ ਪੰਜਾਬ ਦੇ ਕੁਝ ਜ਼ਿਲ੍ਹੇ ਕਰੋਨਾ ਫ੍ਰੀ ਵੀ ਹੋਏ ਨੇ। ਵੇਖੋ ਕਰੋਨਾ ਸਾਡਾ ਤੁਸੀਂ ਮਾਲਵਾ ਬੈਲਟ ਲੈ ਲਓ, ਇਹ ਠੀਕ ਹੈ। ਕੁਝ ਕੇਸ ਜਿਹੜੇ ਨੇ ਹੋਏ ਨੇ, ਜ਼ਿਆਦਾ ਨਹੀਂ, ਪਰ ਠੀਕ ਹੈ, ਜੇ ਬਿਲਕੁਲ ਨੋਰਮਲ ਦੇ ਕਰੀਬ ਹੀ ਆ।
ਕਿਉਂ ਵੀਸੀ ਸਾਹਿਬ ਇੱਧਰ ਤੇ ਠੀਕ ਹੀ ਚੱਲ ਰਿਹਾ ਨਾ। ਸਾਡੇ ਕੋਲ ਤਾਂ ਪਹਿਲਾਂ ਸਿਰਫ ਫਰੀਦਕੋਟ 'ਚ 3 ਬੰਦੇ ਹੀ ਥੇ ਸਰ। ਤਿੰਨ ਜਿਹੜੇ ਪੇਸ਼ੈਂਟ ਪੋਜ਼ਿਟਿਵ ਆਏ ਨੇ ਤਿੰਨੇ ਠੀਕ ਹੋ ਕੇ ਚੱਲ ਗਏ, ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ। ਸਰ ਪੰਜਾਬ ਦੇ ਵਿੱਚ ਸ਼ਰਾਬ ਦੀਆਂ ਫੈਕਟਰੀਆਂ ਤੇ ਟੀਚਰਾਂ ਦੀ ਡਿਊਟੀ ਲਗਾਈ ਉਹਨੂੰ ਲੈ ਕੇ ਟੀਚਰਾਂ ਦੇ ਵਿੱਚ ਵਿਰੋਧ ਵੀ ਪਾਇਆ ਜਾ ਰਿਹਾ, ਉਹਦੇ ਬਾਰੇ ਨਹੀਂ ਕੋਈ ਇਹੋ ਜਿਹੀ ਗੱਲ ਨਹੀਂ, ਟੀਚਰਾਂ ਦੀ ਤਾਂ ਕੋਈ ਡਿਊਟੀ ਨਹੀਂ ਕਿਸੇ ਜੀ। ਗਲਤੀ ਨਾਲ ਹੋਗੇ ਤਾਂ ਵਾਪਸ ਉਹਦੇ ਜਿਹੜੇ ਕੋਈ ਸਾਡੇ ਮੁਲਾਜ਼ਮ ਹੋਣਗੇ, ਕੋਈ ਗਲਤੀ ਨਾਲ ਡਿਊਟੀ ਲੱਗੀ ਹੋਗੀ ਤਾਂ ਵਾਪਸ ਜਾਏਗੀ, ਕੋਈ ਇਹੋ ਜਿਹੀ ਗੱਲ ਨਹੀਂ। ਸਰ ਸਰਕਾਰ ਵੱਲੋਂ ਪਾਲਿਸੀ ਚੇਂਜ ਕੀਤੀ ਗਈ ਹੈ, ਪਹਿਲਾਂ ਨੈਗੇਟਿਵ ਰਿਪੋਰਟਸ ਆਉਣ ਤੋਂ ਬਾਅਦ ਹੀ ਜਿਹੜਾ ਉਹਨੂੰ ਡਿਸਚਾਰਜ ਕੀਤਾ ਜਾਂਦਾ ਸੀਗਾ, ਜਦਕਿ ਹੁਣ ਸਿੰਪਟਮਸ ਨਾ ਹੋਣ ਤੋਂ ਬਾਅਦ ਵੀ ਜਿਹੜੇ ਜੋ ਗਾਈਡਲਾਈਨ ਨੇ ਨਾ ਜੀ, ਜਿਹੜੀ ਐਡਵਾਈਜ਼ਰੀ ਜੋ ਗਾਈਡਲਾਈਨ ਸੈਂਟਰ ਗਵਰਨਮੈਂਟ ਦੀਆਂ ਨੇ, ਫਿਰ ਤਾਂ ਅਸੀਂ ਪੰਜਾਬ ਗਵਰਨਮੈਂਟ ਦੀ ਵੀ ਆਪਣੀ ਜਿਹੜੀ ਗਾਈਡਲਾਈਨ ਨੇ ਉਹਦੇ ਦੇ ਮੁਤਾਬਕ ਸਾਰਾ ਕੁਝ ਕੀਤਾ ਜਾ ਰਿਹਾ। ਸਾਡੇ ਪੁੱਛਣ ਦਾ ਭਾਵ ਹੈ ਕਿ ਮੰਨਿਆ ਜਾ ਸਕਦਾ ਕਿ ਹੁਣ ਕਰੋਨਾ ਦਾ ਪ੍ਰਭਾਵ ਉਹ ਨਹੀਂ ਰਿਹਾ ਜਿਹੜਾ ਕਿ ਪਹਿਲਾਂ ਸਟਾਰਟਿੰਗ ਤੇ ਲੋਕਾਂ ਦੇ ਦਿਮਾਗਾਂ ਵਿੱਚ ਚੱਲਦਾ ਸੀਗਾ। ਵੇਖੋ ਅਸੀਂ ਹਮੇਸ਼ਾ ਕਹਿ ਰਹੇ ਆ, ਤਿਆਤ ਰੱਖਣ ਦੀ ਲੋੜ ਹੈ, ਘਬਰਾਉਣ ਦੀ ਲੋੜ ਨਹੀਂ। ਸੋ ਅਸੀਂ ਤਾਂ ਸ਼ੁਰੂ ਤੋਂ ਕਹਿ ਰਹੇ ਹਾਂ, ਸਰਕਾਰ ਵੱਲੋਂ ਸਾਡੇ ਸੀਐਮ ਸਾਹਿਬ ਸ਼ੁਰੂ ਤੋਂ ਕਹਿ ਰਹੇ ਨੇ, ਲੋਕਡਾਊਨ ਇਸੇ ਕਰਕੇ ਕੀਤਾ ਸੀਗਾ ਵੀ ਲੋਕ ਘਰਾਂ 'ਚ ਰਹਿਣ, ਤਿਆਤ ਰੱਖਣ ਦੀ ਲੋੜ ਹੈ, ਘਬਰਾਉਣ ਦੀ ਲੋੜ ਨਹੀਂ। ਸੋ ਸਾਰੇ ਅਰੇਂਜਮੈਂਟ ਜਿਹੜੇ ਨੇ ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ, ਕੈਪਟਨ ਸਾਹਿਬ ਵੱਲੋਂ ਕੀਤੇ ਗਏ ਨੇ। ਅਸੀਂ ਹਮੇਸ਼ਾ ਇੱਕੋ ਗੱਲ ਕਹਿੰਦੇ ਹਾਂ, ਤਿਆਤ ਰੱਖਣ ਦੀ ਲੋੜ ਹੈ, ਘਬਰਾਉਣ ਦੀ ਲੋੜ ਨਹੀਂ। ਸਰ ਪੰਜਾਬ ਸਰਕਾਰ ਵੱਲੋਂ ਕੋਈ ਕਰੋਨਾ ਵਾਰਡ ਵੀ ਬਣਾਏ ਜਾਣਗੇ ਅੱਗੇ? ਹੈ ਆਲਰੇਡੀ ਬਣਾਏ ਨੇ ਜੀ। ਅਸੀਂ ਹਰ ਹਸਪੀਟਲ ਤੇ ਹਰ ਮੈਡੀਕਲ ਕਾਲਜ ਸਾਡੇ ਵਾਰਡ ਬੜੇ ਨੇ ਜੀ, ਸਾਡੇ ਬੈੱਡ ਜਿਹੜੇ ਨੇ ਉਹ ਵੱਖਰੇ ਨੇ। ਸੋ ਹਰ ਸ਼ਹਿਰ 'ਚ ਹੀ ਹਰ ਮੈਡੀਕਲ ਕਾਲਜ ਕਰੋਨਾ ਦੀਆਂ ਵੱਖਰੀਆਂ ਵਾਰਡਾਂ ਨੇ। ਸੋ ਬੈੱਡ ਵੱਖਰੇ ਨੇ, ਇਹਦੇ ਸੈਪਰੇਟ ਕੀਤਾ ਅਸੀਂ ਦੂਜਿਆਂ ਨਾਲੋਂ, ਕਿਉਂਕਿ ਬਹੁਤ ਹਸਪੀਟਲ 'ਚ ਤੇ ਪੇਸ਼ੈਂਟ ਹਰ ਤਰ੍ਹਾਂ ਦੇ ਆਉਣੇ ਨੇ, ਪਰ ਕਰੋਨਾ ਵਾਲੇ ਅਸੀਂ ਅਲੱਗਾ ਕੀਤੇ ਨੇ, ਵਾਰਡਾਂ ਵੱਖਰੀਆਂ। ਜਾਂਦੇ ਜਾਂਦੇ ਇੱਕ ਵਾਰੀ ਫਿਰ ਰੁਕ ਕਰਦੇ ਹਾਂ ਉਸ ਦੀਆਂ ਸੁਰਖੀਆਂ ਵੱਲ। ਸ਼ਰਾਬ ਮਾਫੀਆ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਹੰਗਾਮੇ ਵਿੱਚ ਨਿਤਰੇ ਕਈ ਸੀਨੀਅਰ ਨੇਤਾ। ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੀ ਦਰਬਾਰ ਸਾਹਿਬ ਲਈ ਰਵਾਨਾ ਕੀਤੀ ਗਈ ਕਣਕ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ। ਬਰਨਾਲਾ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, 8 ਕਿਲੋ 290 ਗ੍ਰਾਮ ਹੈਰੋਇਨ ਤੇ 15 ਪਾਕਿਸਤਾਨੀ ਜ਼ਿੰਦਾ ਕਾਰਤੂਸ ਕੀਤੇ ਬਰਾਮਦ। ਮਜ਼ਦੂਰਾਂ ਦੀ ਟ੍ਰੇਡ ਯੂਨੀਅਨਾਂ ਨੇ ਦੇਸ਼ ਵਿਆਪੀ ਧਰਨੇ ਦਾ ਕੀਤਾ ਐਲਾਨ, ਆਪਣੀਆਂ ਮੰਗਾਂ ਨੂੰ ਲੈ ਕੇ ਬਰਨਾਲਾ ਦੇ ਜ਼ਿਲ੍ਹਾ ਦਫ਼ਤਰ ਬਾਹਰ ਦਿੱਤਾ ਧਰਨਾ। ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ, ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।